डेरा इमामगढ़ जिला मलेरकोटला विखे ब्रह्म ज्ञानी संत बाबा रामानंद जी की सालाना बरसी बहुत ही शरधा नाल मनाई जा रही है। 2 जून तो 9 जून तक रात 7 बजे धार्मिक दीवान सजणगे। मिति 10 जून नूं सवेरे 10 बजे आरंभे पाठां दे भोग पाए जाणगे। उपरंत कीर्तन समागम होवेगा। गुरु के लंगर अटुट वरतणगे। महंत हरपाल दास जी वल्लों समੁੱਚੀਆਂ संगतां नूं पुजण दा खुला सੱਦਾ ਦਿੱਤਾ ਜਾਂਦਾ है। इन्हां सारे समागमां दी कवरेज YouTube चैनल संत की संगत TV ਵੱਲੋਂ ਕੀਤੀ ਜਾਵੇਗੀ। संत की संगत TV देखने वाले सारे दर्शकों ਨੂੰ मेरे ਵੱਲੋਂ ਜਿਹੜੀ गौरव का शेरपुर ਵੱਲੋਂ प्यार भरी सत श्री अकाल। ਅੱਜ ਤੁਹਾਨੂੰ दर्शन करवाने आ निर्मल आश्रम पिंड जंडाली नेड़े अहमदगढ़, जिथे स्वर्गवासी माता तेजवंत कौर की याद विच 22वां अंतरराष्ट्रीय सैमीनार वातावरण अते पखंडवाद विषय ते करवाया गया। अस्थान के मुख्य सेवादार ज्ञानी गगनदीप सिंह निर्मले, समूह नगर निवासी, इलाके के संगतां अते गुरमत सेवा सोसाइटी रजिस्टर के सहयोग नाल करवाए गए समारोह मौके ਵੱਖ-ਵੱਖ बुद्धिजीवी साहिबाना ने ਵੱਖ-ਵੱਖ विषयों ते अपने विचार पेश किए, जिन्हां विच सरदार गुरप्रीत सिंह, सुखदीप सिंह, रजिंदर सिंह, डॉक्टर परमिंदर सिंह बैणीवाल, डॉक्टर प्रीतपाल सिंह दखोहा, श्री महेश शर्मा, लैक्चरर सतविंदर सिंह जी, लैक्चरर सरदार नवजोत सिंह जी, मास्टर प्रो सिमरजीत सिंह जी, एडवोकेट बीरेंद्र सिंह जी, मैडम रमनदीप कौर कनेडा, प्रिंसीपल हरदेव सिंह कनेडा, डॉक्टर अरविंदर सिंह बागवानी माहिर, डॉक्टर सुनीत कुमार, सैकटरी सरदार प्रीतमहिंदर सिंह बेदी अते मुख्य सेवादार ज्ञानी गगनदीप सिंह निर्मले के नाम जिक्रयोग हैं। संगत 20 विसवे हुंदी है। गुरु ने कहा एक या दो बंदियां दे नाल किसी भी काम नूं नेपरे चाढ़ना बड़ा मुश्किल होया करता। सो जिथों तक अज दे इस सैमीनार के विषय का संबंध है वो वातावरण अते पखंडवाद, दो अजिहे भगते मुद्दे कह लीए जिन्हां ते विचार करने लई असीं अज इकट्ठे हुए हैं। इत्थे आम तौर पर यह गल कही जाती है कि बहुतात है जिहड़ी वो कहण वालियां दी हुंदी है ते मनण वालियां दी बहुतात नहीं हैगी।
ਔਰ ਕਈ ਵਾਰ ਤਾਂ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਜੇ ਅਜਿਹੇ ਸਮਾਗਮ ਕੀਤੇ ਜਾਂਦੇ ਨੇ ਤਾਂ ਸਿਰਫ ਖਾਣਾ ਫਰੂਕੇ ਲਈ ਕੀਤੇ ਜਾਂਦੇ ਨੇ। ਮੈਂ ਇਸ ਗੱਲ ਦੇ ਨਾਲ ਕਦਾਪि ਸਹਿਮਤ ਨਹੀਂ। ਜਦੋਂ ਤੱਕ ਅੰਟਿਲ ਅਨਲੈਸ ਕਿਸੇ ਚੀਜ਼ ਬਾਰੇ ਤੁਸੀਂ ਨਹੀਂ ਦੱਸੋਗੇ, ਉਹ ਚੀਜ਼ ਕੋਈ ਸਮਾਜ ਦੀ ਕੁਰੀਤੀ ਹੈ, ਉਹਨੂੰ ਤੁਸੀਂ ਇਕੱਲੇ ਤਾਂ ਕਹੀ ਜਾਓ ਵੀ ਹਾਂ ਵੀ ਇਹ ਮਾੜਾ ਹੈ, ਬਹੁਤ ਮਾੜਾ ਹੈ, ਉਹਦੇ ਕੀ ਨੁਕਸਾਨ ਨੇ, ਉਹ ਜਦੋਂ ਤੱਕ ਲੋਕਾਂ ਨੂੰ ਉਹ ਨਹੀਂ ਪਤਾ ਲੱਗਦੇ ਤਾਂ ਸਾਡਾ ਇਕੱਲਿਆਂ ਦਾ ਕਿਹਾ ਕੋਈ ਸਫਲ ਨਹੀਂ ਹੋਣਾ। ਸੋ ਜਿੰਨੇ ਅਸੀਂ ਨਿੱਜੀ ਪੱਧਰ ਤੇ ਜਿਹੜੇ ਐਫਰਟਸ ਕਰਦੇ ਹਾਂ, ਉਹਨਾਂ ਨਾਲੋਂ ਸਮੂਹਿਕ ਤੌਰ ਤੇ ਜਿਹੜੇ ਸਾਡੇ ਐਫਰਟਸ ਕੀਤੇ ਹੁੰਦੇ ਨੇ ਉਹ ਜ਼ਿਆਦਾ ਕਾਰਗਰ ਹੁੰਦੇ ਨੇ। ਸੋ ਗੱਲ ਨੂੰ ਬਹੁਤੀ ਲੰਬੀ ਨਾ ਲੈ ਕੇ ਜਾਵਾਂ, ਮੈਂ ਅੱਜ ਦੇ ਜਿੰਨੇ ਵੀ ਸਤਿਕਾਰਯੋਗ ਸਾਡੇ ਬੁਲਾਰੇ ਮੁਅੱਜ਼ਜ਼ ਮਹਿਮਾਨ ਅਸੀਂ ਦੂਰੋਂ ਜਿਹੜੇ ਸੱਦੇ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਆਖਦਾ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਜਿਵੇਂ ਜਿਵੇਂ ਨਾਮ ਬੋਲੀ ਜਾਵਾਂ ਕਿਰਪਾ ਕਰਕੇ ਉਹ ਸਟੇਜ ਤੇ ਆਉਣ ਦੀ ਖੇਚਲ ਕਰਨ। ਪਤਾ ਹੀ ਹੈ ਆਪਾਂ ਅੱਜ ਜੋ 22ਵਾਂ ਅੰਤਰਰਾਸ਼ਟਰੀ ਸੈਮੀਨਾਰ ਅਤੇ ਸਵਰਗਵਾਸੀ ਮਾਤਾ ਤੇਜਵੰਤ ਕੌਰ ਜੀਆਂ ਦੇ ਯਾਦ ਵਿੱਚ ਜੋ ਮਹਾਨ ਖੂਨਦਾਨ ਕੈਂਪ ਲਗਾਇਆ ਹੈ, ਆਪਾਂ ਸਾਰੇ ਇੱਥੇ ਪਹੁੰਚੇ ਹਾਂ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਅਤੇ ਨਾਲ ਹੀ ਗੁਰੂ ਦੀ ਫਤਿਹ ਹੈ ਜੋ ਬੁਲੰਦ ਕਰਦਾ ਹੈ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਮੈਂ ਨਾਲ ਹੀ ਬੋਲਦਾ ਜੀ, ਤੇ ਕਿਉਂਕਿ ਮੈਂ ਜ਼ਿਆਦਾ ਇੱਥੇ ਸਾਰੇ ਪ੍ਰੋਫੈਸਰ ਸਾਹਿਬਾਨ ਜੋ ਵਧੀਆ ਪੜ੍ਹੇ ਲਿਖੇ ਹੋਏ, ਜੀਵਨ ਦੇ ਚੰਗੇ ਚੰਗੇ ਨਿਚੋੜ ਜਿਨ੍ਹਾਂ ਨੇ ਕੱਢੇ ਹੋਏ ਹਨ ਸੋ ਸਜੇ ਹੋਏ ਹਨ, ਪਰ ਮੈਂ ਜੋ ਪ੍ਰੈਕਟੀਕਲੀ ਕੀਤਾ ਜਾਂ ਕਹਿ ਦਈਏ ਜਾਂ ਕਿਸੇ ਦਾ ਸੁਣਿਆ ਨਹੀਂ ਹੈ ਜਾਂ ਪੜ੍ਹਿਆ ਨਹੀਂ ਹੈ, ਮੈਂ ਉਹ ਬੋਲੂੰਗਾ ਜੋ ਦੇਖਿਆ ਹੈ। ਮੈਂ ਹੁਣ ਵਾਤਾਵਰਨ ਦੀ ਜੋ ਮੁੱਦਾ ਰੱਖਿਆ ਹੋਇਆ ਜੀ ਤੇ ਪਖੰਡਵਾਦ ਦਾ ਮੈਂ ਇੱਕ ਇੱਕ ਉਦਾਹਰਨ ਉਹਨਾਂ ਦੀ ਬੋਲਦਾ। ਅਸੀਂ ਨਾ ਕਿਹੜਾ ਜਾ ਰਹੇ ਸੀ, ਮੇਰੇ ਰਾਤ ਹੀ ਦਿਮਾਗ ਦੇ ਵਿੱਚ ਆਇਆ, ਅਸੀਂ ਇੱਧਰ ਸਮਰਾਲੇ ਤੋਂ ਪਰੇ ਕਿਸੇ ਦੇ ਘਰ ਜਾਣਾ ਸੀਗਾ ਜੀ, ਤੇ ਬਾਬਾ ਜੀ ਸੀ ਨਾਲ, ਮੈਂ ਸੀ ਤੇ ਗਗਨਦੀਪ ਸਿੰਘ ਕੱਚੀ ਕੋਠੀ ਵਾਲਾ ਮੁੰਡਾ ਜੋ ਬੈਠਾ ਹੈ ਵੀਰ, ਇਹ ਗੱਡੀ ਚਲਾ ਰਿਹਾ ਸੀ। ਤੇ ਉੱਥੇ ਨਾ ਇੱਕ ਦਰਖਤ ਅਸੀਂ ਦੇਖਿਆ ਜਿਹਦੇ ਉੱਪਰ ਬਹੁਤ ਧਾਗੇ ਧੁੱਗੇ ਜੰਮੇ ਨੇ, ਸ਼ਾਇਦ ਉਹ ਚੰਡੀ ਦਾ ਦਰਖਤ ਹੋ ਸਕਦਾ, ਬਾਕੀ ਤੁਸੀਂ ਬਾਬਾ ਜੀ ਨੂੰ ਪੁੱਛ ਲਿਓ ਕਾਹਦਾ ਸੀ ਉਹ। ਤੇ ਬਾਬਾ ਜੀ ਕਹਿੰਦੇ ਵੀ ਇੱਕ ਮੇਰਾ ਕੰਮ ਕਰੋ, ਗੱਡੀ ਰੋਕ ਕੇ ਜੋ ਇਹਦੇ ਉੱਪਰ ਇਹ ਲਪੇਟੇ ਹੋਏ ਨੇ ਧਾਗੇ ਧੁੱਗੇ, ਰੀਤ ਇਹ ਲਾ ਕੇ ਆ। ਮੈਂ ਤੇ ਗਗਨ ਉਤਰ ਕੇ ਅਸੀਂ ਉਹ ਲਾਏ ਸੀ ਧਾਗੇ। ਮੈਂ ਯਾਦ ਇਹ ਕਈ ਵਾਰ ਗੱਲ ਰਾਤ ਵੀ ਕਰੀ, ਪਹਿਲਾਂ ਵੀ ਕਰੀ, ਵੀ ਕਹਿਣ ਤੇ ਸੁਣਨ ਤੋਂ ਬਹੁਤ ਪਰੇ ਦੀ ਗੱਲ ਹੈ। ਜੋ ਕਿਸੇ ਨੇ ਪੜ੍ਹ ਲਿਆ, ਕਿਸੇ ਨੇ ਕਰਤਾ, ਕਿਸੇ ਨੇ ਸੁਣ ਲਈ ਗਾਹਾਂ ਸੁਣਾਤੀ। ਤੇ ਮੈਂ ਇਹ ਗੱਲ ਇੱਕ ਤਾਂ ਦੇਖੀ ਵੀ ਕਿਵੇਂ ਇੱਕ ਦਰਖਤ ਦੇ ਇੱਕ ਪਖੰਡਵਾਦ ਤੋਂ ਤੋੜਿਆ ਤੇ ਨਾਲ ਹੀ ਇੱਕ ਬੂਟਾ ਬਚਾਇਆ, ਉਹਦੀਆਂ ਜੜ੍ਹਾਂ ਵਿੱਚ ਬਹੁਤ ਤੇਲ ਤੂਲ ਪਾਇਆ ਹੋਇਆ ਸੀ। ਸਾਡੀ ਗੱਡੀ ਦੇ ਵਿੱਚ ਤਕਰੀਬਨ 3-4 ਲੀਟਰ ਪਾਣੀ ਸੀ ਜੋ ਬਾਬਾ ਜੀ ਨੂੰ ਉਤਰ ਕੇ ਆਪਦੇ ਹੱਥ ਨਾਲ ਉਹ ਦਰਖਤ ਦੀ ਜੜ ਵਿੱਚ ਪਾਇਆ ਜੀ। ਅੱਜ ਜੋ 22ਵਾਂ ਅੰਤਰਰਾਸ਼ਟਰੀ ਸੈਮੀਨਾਰ ਜਿਸ ਦਾ ਵਿਸ਼ਾ ਵਾਤਾਵਰਣ ਤੇ ਪਖੰਡਵਾਦ ਹੈ, ਮੈਂ ਗਿਆਨੀ ਗਗਨਦੀਪ ਸਿੰਘ ਜੀ ਨਿਰਮਲੇ ਗੁਰਮਤਿ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਇਹ ਪ੍ਰੋਗਰਾਮ ਉਲੀਕਿਆ। ਵਧਾਈ ਦੇ ਪਾਤਰ ਨੇ। ਵਾਹਿਗੁਰੂ ਜੀ ਕਿਰਪਾ ਕਰਨ, ਇਹਨਾਂ ਨੂੰ ਇਸੇ ਤਰ੍ਹਾਂ ਇਦਾਂ ਦੇ ਸੈਮੀਨਾਰ ਕਰਾਉਣ ਦਾ ਬਲ ਉਦਮ ਬਖਸ਼ਿਸ਼ ਕਰਨ। ਸੋ ਅੱਜ ਦਾ ਜੋ ਵਿਸ਼ਾ ਹੈ ਉਸ ਦੇ ਮੁਤਾਬਕ ਆਪਾਂ ਗੱਲ ਕਰੀਏ। ਅੱਜ ਦਾ ਜੋ ਇਹ ਵਾਤਾਵਰਣ ਤੇ ਪਖੰਡਵਾਦ ਦਾ ਵਿਸ਼ਾ ਹੈ, ਜੇ ਇਹਨੂੰ ਦੂਜੇ ਲਫ਼ਜ਼ਾਂ ਦੇ ਵਿੱਚ ਕਹਿ ਲਈਏ ਕਿ ਇਹ ਸੰਗਤ ਦੇ ਵਿੱਚ ਇੱਕ ਵਾਤਾਵਰਣ ਜਿਹੜਾ ਸਿਰਜਿਆ ਗਿਆ ਹੈ, ਮਾਹੌਲ ਜਿਹੜਾ ਸਿਰਜਿਆ ਗਿਆ ਹੈ, ਅਗਰ ਐਸੇ ਮਾਹੌਲ ਸਿਰਜੇ ਜਾਣਗੇ ਤਾਂ ਅਸੀਂ ਪਖੰਡਵਾਦ ਨੂੰ ਦਿਨਾਂ ਦੇ ਵਿੱਚ ਖਤਮ ਕਰ ਸਕਦੇ ਹਾਂ। ਸਭ ਤੋਂ ਮਾੜੀ ਗੱਲ ਜਿਹੜੀ ਹੈ ਕਿ ਅਵੇਅਰਨੈਸ ਹੈ। ਜਦੋਂ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ
ਉਦੋਂ ਜਾ ਕੇ ਅਸੀਂ ਜਿਹੜਾ ਪਖੰਡਵਾਦ ਦਾ ਜਿਹੜਾ ਲੜ ਫੜਦੇ ਆ। ਜਿਹੜਾ ਸਿੱਖ ਰੋਜ਼ ਬਾਣੀ ਪੜ੍ਹਦਾ ਹੈ, ਗੁਰਬਾਣੀ ਆਖਦੀ ਹੈ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਅਸੀਂ ਗੁਰਬਾਣੀ ਨੂੰ ਮੱਥੇ ਟੇਕਣ ਤੱਕ ਰੱਖਿਆ, ਤਾਂ ਪਖੰਡਵਾਦ ਅੱਜ ਸਾਡੇ ਤੇ ਹਾਵੀ ਹੋਇਆ। ਪੜ੍ਹਨਾ ਸੁਣਨਾ ਇਹ ਸਾਡੇ ਵਿਸ਼ੇ ਸਨ, ਔਰ ਇਹਦੀ ਵਿਚਾਰ ਕਰਨੀ ਇਹ ਸਾਡਾ ਵਿਸ਼ਾ ਸੀ। ਅਸੀਂ ਪੜ੍ਹਨਾ ਵੀ ਛੱਡਿਆ, ਸਿਰਫ ਸੁਣਨ ਤੱਕ ਸੀਮਤ ਰਹੇ। ਵਿਚਾਰ ਕਰਨੀ ਬੜੀ ਦੂਰ ਦੀ ਗੱਲ ਹੈ। ਗੁਰੂ ਸਾਹਿਬ ਪ੍ਰਕਾਸ਼ਵਾਨ ਹੁੰਦੇ ਨੇ, ਅਸੀਂ ਆਉਂਦੇ ਆ 10 ਦਾ 20 ਦਾ 50 ਦਾ 500 ਦਾ 1000 ਦਾ ਮੱਥਾ ਟੇਕਦੇ ਆ, ਤੇ ਹਜ਼ਾਰਾਂ ਹੀ ਜਿਹੜੀਆਂ ਸ਼ਰਤਾਂ ਮੂਹਰੇ ਰੱਖ ਕੇ ਅਸੀਂ ਬੈਠ ਜਾਂਦੇ ਆ, ਤੇ ਸਾਨੂੰ ਗੁਰਮਤਿ ਸੋਝੀ ਨਹੀਂ ਹੋ ਸਕਦੀ। ਅਸੀਂ ਪਖੰਡਵਾਦ ਤੋਂ ਖੜਾ ਨਹੀਂ ਛੁਡਾ ਸਕਦੇ। ਆਪ ਜੀ ਨੂੰ ਦੱਸਾਂਗਾ ਕਿ ਨਸ਼ਾ ਹੈ ਕੀ ਹੈ। ਨਸ਼ਾ ਕੋਈ ਪਦਾਰਥ ਹੁੰਦਾ ਜਿਹਨੂੰ ਕੋਈ ਸਾਹ ਦੇ ਨਾਲ ਲੈਂਦਾ ਹੈ, ਕੋਈ ਟੀਕਾ ਲਗਾ ਕੇ ਲੈਂਦਾ ਹੈ, ਜਾਂ ਫਿਰ ਮੂੰਹ ਦੇ ਰਾਹੀਂ ਲੈਂਦੇ ਨੇ। ਨਸ਼ੇ ਦੇ ਬਹੁਤ ਤਰੀਕੇ ਨੇ, ਇਹ ਤਾਂ ਸਿਰਫ ਆਪਾਂ ਉਹ ਤਰੀਕੇ ਨੇ ਜਿਹੜੇ ਆਪਾਂ ਨੂੰ ਪਤਾ ਨਹੀਂ। ਨਸ਼ੇ ਦੇ ਹੁਣ ਇਸ ਤਰ੍ਹਾਂ ਦੇ ਵੀ ਤਰੀਕੇ ਨੇ ਕਿ ਤੁਸੀਂ ਸੁਣਨਾ ਨਸ਼ਾ ਕਰ ਸਕਦੇ ਹੋ। ਇੰਟਰਨੈਟ ਰਾਹੀਂ ਕੋਈ ਹਾਈ ਵੇਵ ਫ੍ਰੀਕੁਐਂਸੀ ਵੇਵਸ ਹੁੰਦੀਆਂ ਨੇ ਜਿਨ੍ਹਾਂ ਰਾਹੀਂ ਬੰਦਾ ਨਸ਼ਾ ਕਰਦਾ ਤੇ ਉਹ ਬ੍ਰੇਨ ਤੇ ਇੰਨਾ ਇੰਪੈਕਟ ਕਰਦੇ ਨੇ ਕਿ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ, ਉਹ ਬਿਲਕੁਲ ਹੀ ਗੁੰਮਸੁਦ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਨਸ਼ੇ ਨੇ, ਤੇ ਬਾਕੀ ਕਈ ਬਹੁਤ ਹੀ ਗਿਰੇ ਹੋਏ ਮਾੜੇ ਨਸ਼ੇ ਵੀ ਕਹਿ ਸਕਦੇ ਹੋ, ਜਿਸ ਤਰ੍ਹਾਂ ਆਈਓਡੈਕਸ ਦਾ ਹੋ ਗਿਆ, ਜਾਂ ਫਿਰ ਆਪਣਾ ਸਪਿਰਿਟ ਦਾ ਹੋ ਗਿਆ। ਇਸ ਤਰ੍ਹਾਂ ਦੇ ਨਸ਼ੇ ਵੀ ਬਹੁਤ ਗੰਦੇ ਨਸ਼ੇ ਨੇ। ਜਾਂ ਕਈ ਕੀ ਕਰਦੇ ਨੇ ਕਿ ਉਹ ਆਪਣੇ ਜਰਾਬਾਂ ਨੂੰ ਗੰਦੀਆਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖਦੇ ਨੇ ਰਾਤ ਭਰ, ਸਵੇਰੇ ਫਿਰ ਉਹਦਾ ਪਾਣੀ ਡਰਿੰਕ ਕਰ ਲੈਂਦੇ ਨੇ। ਉਹ ਵੀ ਇੱਕ ਨਸ਼ਾ ਹੈ। ਆਪਾਂ ਇਹ ਚੀਜ਼ ਨੂੰ ਜਾਣੂ ਨਹੀਂ ਹੈਗੇ ਕਿ ਇਹ ਨਸ਼ੇ ਜਿਹੜੇ ਲੋਕ ਕਰਦੇ ਨੇ ਉਹ ਕਿਸ ਤਰ੍ਹਾਂ ਦੇ ਕਰਦੇ ਨੇ। ਤੁਸੀਂ ਇਵਨ ਕਿ ਸੋਚ ਵੀ ਨਹੀਂ ਸਕਦੇ ਹੈਗੇ ਵੀ ਨਸ਼ੇ ਕਿਸ ਤਰ੍ਹਾਂ ਵਰਤਦੇ ਨੇ ਤੇ ਕਿਸ ਤਰ੍ਹਾਂ ਇਹ ਆਪਣੇ ਸਟੂਡੈਂਟਸ ਦੇ ਵਿੱਚ ਚਲਾਉਂਦੇ ਨੇ, ਜਾਂ ਸਕੂਲ ਦੇ ਬੱਚਿਆਂ ਨੂੰ ਇਹ ਕਿਸ ਤਰ੍ਹਾਂ। ਆਪਾਂ ਨੂੰ ਪਤਾ ਨਹੀਂ, ਪੇਰੈਂਟਸ ਨੂੰ ਅਵੇਅਰ ਨਹੀਂ ਹੁੰਦੇ ਕਿ ਬੱਚਿਆਂ ਨੂੰ ਨਸ਼ੇ ਨਾ ਛੋਟੀ ਉਮਰ ਤੋਂ ਹੀ ਲਾਏ ਜਾਂਦੇ ਨੇ। ਉਹਨਾਂ ਦੇ ਫਰੈਂਡ ਸਰਕਲ ਦੇ ਵਿੱਚ, ਸਕੂਲ ਦੇ ਵਿੱਚ, ਟੀਚਰ ਦੇ ਤੋਂ ਬਹੁਤ ਹੀ ਜ਼ਿਆਦਾ ਮਤਲਬ ਇਸ ਚੀਜ਼ ਹੈ ਕਿ ਇਹਨਾਂ ਦੇ ਡੀਲਰਸ ਨੇ। ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਲੋਕ ਆਮ ਲੋਕਾਂ ਦੇ ਡੀਲਰਸ ਨੇ। ਪਹਿਲਾਂ ਉਹ ਬੱਚਿਆਂ ਨੂੰ ਨਸ਼ਿਆਂ ਦੇ ਲਾਉਂਦੇ ਨੇ, ਫਿਰ ਉਹਨਾਂ ਨੂੰ ਇਹ ਡੀਲਰ ਤਿਆਰ ਕਰ ਦਿੰਦੇ ਨੇ, ਕਿਉਂਕਿ ਨਸ਼ਾ ਮਹਿੰਗਾ ਬਹੁਤ ਹੈ, ਪੈਸੇ ਦੀ ਜ਼ਰੂਰਤ ਹੈ। ਨਹੀਂ ਚੋਰੀ ਕਰੇਗੇ, ਜੇ ਨਹੀਂ ਹੋ ਰਿਹਾ ਤਾਂ ਉਹ ਕਹਿਣਗੇ ਵੀ ਨਸ਼ੇ ਨੂੰ ਵੇਚੋ। ਇਸ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਨਾ ਉਹ ਨਸ਼ਿਆਂ ਨੂੰ ਆਮ ਲੋਕਾਂ ਦੇ ਵਿੱਚ, ਬੱਚਿਆਂ ਦੇ ਵਿੱਚ ਸ਼ੁਰੂ ਤੋਂ ਹੀ ਮਤਲਬ ਲੈ ਆਉਂਦੇ ਨੇ। ਇਸ ਦੇ ਨਾਲ ਆਪਣੀ ਜਿਹੜੀ ਨੈਕਸਟ ਜਨਰੇਸ਼ਨ ਹੈ, ਉਸ ਤੋਂ ਵੀ ਨੈਕਸਟ ਜਨਰੇਸ਼ਨ ਹੈ, ਇਸ ਦੇ ਵਿੱਚ ਬਹੁਤ ਜ਼ਿਆਦਾ ਇੰਪੈਕਟ ਪੈਣਾ ਹੈ ਇਸ ਚੀਜ਼ ਦਾ। ਇੰਨਾ ਕਿ ਪੈ ਜਾਣਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਕਿ ਵੀ ਆਪਣੇ ਬੱਚਿਆਂ ਦਾ ਕੋਈ ਫਿਊਚਰ ਹੈ, ਇਹ ਫਿਊਚਰ ਉਹਨਾਂ ਦਾ ਕੀ ਬਣੇਗਾ। ਸੋ ਮੈਂ ਹੁਣ ਤੁਹਾਨੂੰ ਦੱਸ ਰਿਹਾ ਹਾਂ ਕਿ ਉਸਦੇ ਵਿੱਚ ਮੇਨ ਪੁਆਇੰਟ ਕੀ ਨੇ। ਜਿਸ ਤਰ੍ਹਾਂ ਕਿ ਨਸ਼ਿਆਂ ਦੇ ਅਨੇਕਾਂ ਰੂਪ, ਦੋ ਤਰ੍ਹਾਂ ਦੇ ਨਸ਼ੇ ਹੁੰਦੇ ਨੇ। ਇੱਕ ਹੁੰਦੇ ਨੇ ਸਾਰੂ ਨਸ਼ੇ, ਇੱਕ ਹੁੰਦੇ ਨੇ ਮਾਰੂ ਨਸ਼ੇ। ਸਾਰੂ ਨਸ਼ੇ ਦਾ ਡਿਵੈਲਪਮੈਂਟ ਵਾਸਤੇ ਕਿਸੇ ਚੀਜ਼ ਨੂੰ ਦੇਸ਼ ਦਾ ਨਸ਼ਾ ਹੁੰਦਾ ਹੈ, ਕਿਸੇ ਨੂੰ ਭਗਤੀ ਦਾ ਨਸ਼ਾ ਹੁੰਦਾ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਆਪਦੇ ਆਪ ਨੂੰ ਕੋਈ ਡੈਡੀਕੇਸ਼ਨ ਬਣਾ ਲੈਣੀ ਕਿ ਵੀ ਡੈਡੀਕੇਟ ਹੋ ਜਾਣਾ ਇਸ ਕੰਮ ਦੇ ਲਈ ਕਿ ਅਸੀਂ ਵੀ ਇਹ ਕੰਮ ਦੇ ਲਈ ਪੂਰਾ ਡੈਡੀਕੇਟ ਕਰੋ, ਮਨੋ ਤੁਹਾਨੂੰ ਵੀ ਇਹ ਕੰਮ ਅਸੀਂ ਕਰਨਾ ਹੀ ਹੈ। ਉਹ ਹੁੰਦੇ ਨੇ ਸਾਧੂ ਨਸ਼ੇ। ਸਾਧੂ ਸੰਤਾਂ ਦੇ, ਬ੍ਰਹਮ ਗਿਆਨੀਆਂ ਦੇ, ਮਹਾਂਪੁਰਸ਼ਾਂ ਦੇ, ਗੁਰੂ ਨਾਨਕ ਸਾਹਿਬ, ਹੋਰ ਜਿੰਨੇ ਪੀਰ ਪੈਗੰਬਰ ਹੋਏ ਇਹ ਸਾਰੇ ਸਾਧੂ ਨਸ਼ੇ ਦੇ ਵਿੱਚ ਆਉਂਦੇ ਨੇ। ਹੁਣ ਆਉਂਦੇ ਨੇ ਮਾਰੂ ਨਸ਼ੇ। ਮਾਰੂ ਨਸ਼ੇ ਹੁੰਦੇ ਨੇ ਉਹ ਜਿਹੜੇ ਆਪਾਂ ਨੂੰ ਮੌਤ ਦੇ ਘਰ ਤੱਕ ਲੈ ਜਾਂਦੇ ਨੇ, ਜਿਨ੍ਹਾਂ ਤੋਂ ਬਾਅਦ ਉਸ ਤੋਂ ਬਾਅਦ ਸਿਰਫ ਡੈਥ ਹੀ ਹੈ, ਕੋਈ ਹੋਰ ਚੀਜ਼ ਰਹਿੰਦੀ ਨਹੀਂ ਹੈ, ਸਿਰਫ ਬਰਬਾਦੀ ਹੀ ਹੈ ਉਸ ਦੇ ਵਿੱਚ। ਉਹ ਹੁੰਦੇ ਨੇ ਮਾਰੂ। ਤੇ ਸਾਨੂੰ ਸਾਹ ਕਿੱਥੋਂ ਮਿਲਦਾ? ਸਾਨੂੰ ਸਾਹ ਰੁੱਕ ਦਿੰਦੇ ਨੇ। ਪਾਣੀ ਕਲੀਨ ਕੌਣ ਕਰਦਾ? ਇਹ ਪਲਾਂਟਸ ਪਾਣੀ ਕਲੀਨ ਕਰਦੇ ਨੇ। ਜੇ ਅਸੀਂ ਪਲਾਂਟਸ ਲਾਵਾਂਗੇ ਤਾਂ ਮੌਨਸੂਨ ਆਊਗਾ। ਹੁਣ ਸਾਰੇ ਮੈਂ ਪਿਛਲੇ 6 ਮਹੀਨੇ ਤੋਂ ਇੰਡੀਆ ਵਾਂ ਤੇ ਮੈਂ ਸਾਰੇ ਲੋਕ ਹੁੰਦੇ ਕਹਿੰਦੇ ਬਹੁਤ ਗਰਮੀ ਆ, ਬਹੁਤ ਗਰਮੀ ਆ, ਮੀਂਹ ਨਹੀਂ ਪੈ ਰਹੇ। ਕਿਉਂ ਨਹੀਂ ਪੈ ਰਹੇ? ਆਪਣੇ ਕੋਲ ਟਰੀਜ਼ ਕਿੱਥੇ ਨੇ? ਤੇ ਉੱਤੇ ਜੀ ਅਸੀਂ ਖੇਤਾਂ ਨੂੰ ਜਦੋਂ ਅੱਗ ਲਾਉਂਦੇ ਆ ਤਾਂ ਨਾਲ ਦੇ ਨਾਲ ਜਿਹੜੇ ਟਰੀਜ਼ ਵੀ ਲੱਗੇ ਨੇ 90% ਆਫ ਦਾ ਟਰੀਜ਼ ਵੀ ਬਰਨ ਹੋ ਰਹੇ ਨੇ, ਤੇ ਆਪਾਂ ਉਹਨਾਂ ਨੂੰ ਸੰਭਾਲ ਨਹੀਂ ਰਹੇ। ਕਿ ਆਪਾਂ ਇੱਕ ਆਪਾਂ ਮੁੱਦਾ ਨਹੀਂ ਚੱਕ ਸਕਦੇ ਕਿ ਅਸੀਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਜਿੰਨੇ ਸਾਡੇ ਘਰ 'ਚ ਏਸੀ ਨੇ, ਅਸੀਂ ਉਹਨਾਂ ਦਾ ਡਬਲ ਜੇ ਅਸੀਂ ਘਰ 'ਚ ਆਪਣੇ ਦਰੱਖਤ ਲਾਈਏ ਕਿ ਉਹ ਬੈਟਰ ਨਹੀਂ ਹੈਗਾ।
ਇੱਕ ਏਸੀ ਇੰਨੀ ਗਰਮ ਹਵਾ ਦਿੰਦਾ, ਅੰਦਰੋਂ ਠੰਡਾ ਕਰ ਦਿੰਦਾ, ਬਾਹਰੋਂ ਇੰਨੀ ਗਰਮ ਹਵਾ ਦਿੰਦਾ। ਕਦੇ ਆਪਾਂ ਨੇ ਸੋਚਿਆ ਕਿ ਆਪਾਂ ਕਿੰਨੇ ਟਰੀ ਲਾ ਸਕਦੇ ਹਾਂ ਇੱਕ ਏਸੀ ਦੀ ਗਰਮ ਹਵਾ ਨੂੰ ਰੋਕਣ ਦੇ ਲਈ? ਅਸੀਂ ਆਪਣੇ ਘਰ ਤੋਂ ਹੀ ਜੇ ਸ਼ੁਰੂਆਤ ਕਰੀਏ, ਅਸੀਂ ਐਟਲੀਸਟ ਜੇ ਅੱਜ ਸਾਰੇ ਜਾਣੇ ਘਰੇ ਜਾ ਕੇ 3-3 ਟਰੀ ਲਾਈਏ ਤਾਂ ਉਹ ਬੈਨੀਫਿਟ ਨਹੀਂ ਹੋਊਗਾ ਇੱਕ এনवायरमेंट ਡੇ ਦੇ ਲਈ। ਤੇ ਆਪਾਂ ਇੱਕ ਯਾਦ ਵੀ ਹਾਂ ਓਨਲੀ ਵਨ ਅਰਥ। ਐਂਡ ਇਸ ਸਾਲ ਯੂਐਨਓ ਨੇ ਐਮਰਜੈਂਸੀ ਮੋਡ ਦੇ ਉੱਤੇ ਪਾਤਾ ਹੈ। ਇਸ ਲਈ ਅੱਜ ਦਾ ਜਿਹੜਾ ਟੌਪਿਕ ਹੈ ਯੂਐਨਓ ਵੱਲੋਂ, ਸਵੀਡਨ ਵੱਲੋਂ ਇਹ ਰੱਖਿਆ ਗਿਆ ਓਨਲੀ ਵਨ ਅਰਥ। ਤੇ ਅਸੀਂ ਜੇ ਇਹਨੂੰ ਸੇਵ ਨਹੀਂ ਕੀਤਾ, ਇਟਸ ਔਨ ਐਮਰਜੈਂਸੀ ਮੋਡ ਤੇ ਖਤਮ ਹੋ ਜੂਗੀ। ਜੇ ਖਤਮ ਹੋ ਗਈ ਤਾਂ ਫਿਰ ਸਾਡਾ ਵਜੂਦ ਖਤਮ ਹੋ ਜਾਊਗਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਸੀਂ ਆਪਣੇ ਜੇ ਗੁਰੂ ਦੇ ਹੁਕਮ ਨੂੰ ਮੰਨੀਏ। ਉਹਨਾਂ ਨੇ ਕਿਹਾ ਵੀ ਜੋ ਪਵਨ ਆ ਉਹ ਸਾਡਾ ਗੁਰੂ ਆ, ਜੋ ਹਵਾ ਉਹ ਸਾਡੀ ਗੁਰੂ ਆ। ਤੇ ਸਾਡੀ ਹਵਾ ਦੇ ਵਿੱਚ ਸਾਰਾ ਦਿਨ ਪੋਲਿਊਸ਼ਨ ਆ। ਸਾਡੇ ਘਰਾਂ 'ਚ ਬੱਚਿਆਂ ਨੂੰ ਇਹ ਹੁੰਦਾ ਸਾਡੇ ਕੋਲ ਗੱਡੀ ਹੋਵੇ, ਪਰ ਕਿਸੇ ਬੱਚੇ ਨੂੰ ਇਹ ਨਹੀਂ ਹੁੰਦਾ ਕਿ ਸਾਡੇ ਘਰੇ ਪਲਾਂਟਸ ਹੋਣ। ਕਿਉਂ ਨਹੀਂ ਹੁੰਦਾ? ਕਿਉਂਕਿ ਸਾਡੇ ਕੋਲ ਅਵੇਅਰਨੈਸ ਨਹੀਂ ਹੈਗੀ। ਸਾਡੇ ਕੈਨੇਡਾ 'ਚ ਮੈਂ 11 ਸਾਲ ਪਹਿਲਾਂ ਕੈਨੇਡਾ ਸਟੂਡੈਂਟ ਗਈ ਸੀ ਤੇ ਸਾਡੇ ਕੈਨੇਡਾ 3 ਤਰ੍ਹਾਂ ਦੇ ਬਿਨਸ ਹੁੰਦੇ ਨੇ ਟੂ ਰੀਸਾਈਕਲਿੰਗ, ਇੱਕ ਗਾਰਬੇਜ ਐਂਡ ਇੱਕ ਕੰਪੋਸਟ ਬਿਨ, ਜਿੱਥੇ ਅਸੀਂ ਸਾਰਾ ਕੁਝ ਮਤਲਬ ਕੰਪੋਸਟ ਫੂਡ ਗਾਰਬੇਜ ਕੰਪੋਸਟ ਕਰਦੇ ਹਾਂ ਤੇ ਅਸੀਂ ਉਹਨੂੰ ਕੰਪੋਸਟ ਬਣਾਉਂਦੇ ਹਾਂ ਬੂਟਿਆਂ ਦੇ ਲਈ। ਤੇ ਸੈਕਿੰਡ ਸਾਡੇ ਪਹਿਲਾਂ ਦਰੱਖਤ ਲੱਗਦਾ, ਫਿਰ ਘਰ ਬਣਨਾ ਸ਼ੁਰੂ ਹੁੰਦਾ। ਪਹਿਲਾਂ ਸਿਟੀ ਵੱਲੋਂ ਸਾਡੇ ਘਰ ਦੇ ਅੱਗੇ 2 ਦਰੱਖਤ ਲੱਗਦੇ ਨੇ, ਫਿਰ ਤੁਹਾਨੂੰ ਉਹ ਪਲਾਟ ਅਲਾਟ ਕਰਦੇ ਨੇ ਘਰ ਪਾਉਣ ਦੇ ਲਈ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿੰਨੇ ਤੋਂ ਜਿੰਨੇ ਜ਼ਿਆਦਾ ਦਰੱਖਤ ਹੋ ਸਕੇ ਤੁਸੀਂ ਲਗਾਓ ਤੇ ਇਸ ਧਰਤੀ ਨੂੰ ਬਚਾਓ। ਥੈਂਕ ਯੂ ਸੋ ਮਚ। ਜਿਹੜਾ ਧਰਤੀ ਦਾ ਜਿਹੜਾ ਪਾਣੀ ਹੈ ਉਹ ਖਤਮ ਹੋਣ ਦੀ ਕਗਾਰ ਤੇ ਹੈ। ਬਹੁਤ ਘੱਟ ਸਮਾਂ ਬਚਿਆ ਸਾਡੇ ਕੋਲੇ, ਪਰ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਬਾਬੇ ਨਾਨਕ ਨੇ ਕਿਹਾ ਸੀ ਕਿ ਲੱਖ ਪਤਾਲ ਲੱਖ ਅਗਾਸਾਂ, ਅਗਾਸ ਕੋਟ ਕੋਟ ਪਾਲ ਥਕੇ ਵੇਦ ਕਹਿਣ ਇਕਬਾਲ। ਇਸ ਧਰਤੀ ਦੇ ਨੀਚੇ ਵੀ ਧਰਤੀ ਹੈ, ਪਤਾਲ ਦੇ ਉੱਤੇ ਨੀਚੇ ਵੀ ਪਤਾਲ ਹੈ। ਪਰ ਪੰਜਾਬ ਨੂੰ ਇਹ ਬਖਸ਼ਿਸ਼ ਹੈ ਕਿ ਸਾਨੂੰ ਕਿਸੇ ਚੀਜ਼ ਦੀ ਤੋੜ ਨਹੀਂ ਆਉਂਦੀ, ਪਰ ਉਹਦੇ ਵਿੱਚ ਇੱਕ ਕੰਡੀਸ਼ਨ ਹੈ। ਉਹ ਕੰਡੀਸ਼ਨ ਇਹ ਹੈ ਕਿ ਜੇ ਤਾਂ ਅਸੀਂ ਜਿਹੜੇ ਸਾਡੇ ਪਿਤਾ ਪੁਰਖੇ ਨੇ, ਜੇ ਅਸੀਂ ਉਹਨਾਂ ਦੀ ਗੱਲ ਨੂੰ ਮੰਨਾਂਗੇ, ਗੱਲਾਂ ਕਿਹੜੀਆਂ ਮੰਨਣ ਵਾਲੀਆਂ ਸੀਗੀਆਂ? ਜਿਹਦੇ ਵਿੱਚ ਸਬਰ ਹੈ, ਸੰਤੋਖ ਹੈ, ਸੰਜਮ ਹੈ, ਉਹ ਗੱਲਾਂ ਅਸੀਂ ਮੰਨਣੀਆਂ ਸੀ। ਸਬਰ, ਸੰਤੋਖ ਤੇ ਸੰਜਮ ਤਿੰਨੋਂ ਚੀਜ਼ਾਂ ਸਾਡੇ ਜੀਵਨ ਦੇ ਵਿੱਚੋਂ ਖਤਮ ਹੋ ਗਈਆਂ। ਪਾਣੀ ਨੂੰ ਸੰਜਮ ਨਾਲ ਵਰਤਣਾ ਹੈ, ਛੋਟੀ ਜਿਹੀ ਗੱਲ ਹੈ। ਸੰਜਮ ਕਿੱਥੇ ਤੁਸੀਂ ਦਿਖਾਉਣਾ ਹੈ? ਨਿੱਤ ਦੀ ਕਿਰਿਆ ਤੁਸੀਂ ਸਵੇਰੇ ਸ਼ੁਰੂ ਕਰਦੇ ਹੋ। ਸਭ ਤੋਂ ਪਹਿਲਾਂ ਫਰੈਸ਼ ਹੁੰਦੇ ਹੋ, ਫਰੈਸ਼ ਹੋਣ ਤੋਂ ਮਗਰੋਂ ਤੁਸੀਂ ਬ੍ਰਸ਼ ਕਰਦੇ ਹੋ। ਜਦੋਂ ਬ੍ਰਸ਼ ਕਰਦੇ ਹੋ, ਸਾਡੀ 90% ਜਿੰਨੇ ਆਪਾਂ ਬੈਠੇ ਆ ਇੱਥੇ, ਉਹਨਾਂ ਦੀ ਆਦਤ ਹੈ ਕਿ ਅਸੀਂ ਬ੍ਰਸ਼ ਕਰਨ ਲੱਗੇ ਬ੍ਰਸ਼ ਨੂੰ ਪੇਸਟ ਲਾ ਲਿਆ। ਕਿੰਨੇ 3-4 ਪ੍ਰੋਸੈਸ ਹੁੰਦੇ ਨੇ, ਚਲੋ ਉਹਦੇ ਬਾਰੇ ਕੀ ਗੱਲ ਕਰਨੀ ਹੈ। ਪੇਸਟ ਲਾ ਲਿਆ, ਪੇਸਟ ਲਾਉਣ ਤੋਂ ਲੈ ਕੇ ਬ੍ਰਸ਼ ਕਰਨ ਤੇ ਹਟਣ ਤੱਕ ਅਸੀਂ ਕਦੇ ਟੂਟੀ ਨਹੀਂ ਬੰਦ ਕਰਦੇ। ਵਾਸ਼ ਬੇਸਿਨ ਦੀ ਜਿਹੜੀ ਟੂਟੀ ਹੁੰਦੀ ਹੈ ਉਹ ਜਾਇਆ ਜਾਂਦਾ ਹੈ ਪਾਣੀ। ਆਮ ਤੌਰ ਤੇ ਸਵਾਣੀਆਂ ਨੂੰ ਇਹ ਗੱਲਾਂ ਗਾਈਡ ਕੀਤੀਆਂ ਜਾਂਦੀਆਂ ਨੇ ਕਿ ਪਹਿਲਾਂ ਭਾਂਡਿਆਂ ਨੂੰ ਧੋ ਕੇ ਤੇ ਮਗਰੋਂ ਸਰਫ ਲਾ ਲਓ ਜੀ, ਫਿਰ ਬਾਅਦ ਦੇ ਵਿੱਚ ਉਹਨੂੰ ਸਾਫ਼ ਪਾਣੀ ਨਾਲ ਧੋ ਲਓ। ਪਰ ਨਹੀਂ, ਟੂਟੀ ਜਦੋਂ ਤੱਕ ਭਾਂਡੇ ਪੂਰੇ ਪ੍ਰੋਸੈਸ ਜਿਹੜਾ ਹੁੰਦਾ ਭਾਂਡੇ ਧੋਣ ਦਾ ਉਹ ਪੂਰਾ ਨਹੀਂ ਹੁੰਦਾ, ਉਦੋਂ ਤੱਕ ਟੂਟੀ ਚੱਲਦੀ ਰਹਿੰਦੀ ਹੈ। ਫਿਰ ਸਾਡਾ ਹਾਲ ਇਹ ਹੈ ਵੀ ਜਦੋਂ ਗੱਡੀ ਧੋਣ ਲੱਗਦੇ ਆ ਵੀ ਕਮਾਲ ਹੀ ਹੈ, ਸਮਰਸੀਬਲ ਦੇ ਨਾਲ ਹੀ ਅਸੀਂ ਟੂਟੀ ਲਵਾਈ ਹੁੰਦੀ ਹੈ ਵੱਡੀ, ਔਰ 1 ਇੰਚੀ ਪੈਪ ਹੁੰਦਾ ਜਿਹੜਾ ਕਰੀਬ 1.5 ਘੰਟਾ ਅਸੀਂ ਚਲਾਉਂਦੇ ਆ। ਉਹਦੇ ਨਾਲ ਦੇਖ ਲਓ ਤੁਸੀਂ ਵੀ ਗੱਡੀ ਤੁਸੀਂ ਕਿੰਨੀ ਕੁ ਧੋਣੀ ਹੁੰਦੀ ਹੈ ਔਰ ਕਿੰਨਾ ਕੁ ਤੁਸੀਂ ਪਾਣੀ ਵੇਸਟ ਕਰਦੇ। ਵਾਹਿਗੁਰੂ ਜੀ ਕੀ ਫਤਿਹ। ਅੱਜ ਵਰਲਡ এনवायरमेंट ਡੇ ਹੈ, ਜਿਸ ਨੂੰ ਸਾਡੇ ਬਾਬਾ ਗਗਨਦੀਪ ਸਿੰਘ ਜੀ ਨੇ ਆਪਣੀ ਮਾਤਾ ਤੇਜਵੰਤ ਜੀ ਦੇ ਕੌਰ ਜੀ ਦੇ ਯਾਦ ਵਿੱਚ ਇੱਕ ਸੱਚੀ ਸ਼ਰਧਾਂਜਲੀ ਦੇਣ ਦੇ ਲਈ ਅੱਜ ਆਪਾਂ ਸਾਰਿਆਂ ਨੂੰ ਇੱਥੇ ਇੱਕ ਸੈਮੀਨਾਰ ਦੇ ਰੂਪ ਵਿੱਚ ਇਕੱਠੇ ਹੋਣ ਦਾ ਮੌਕਾ ਮਿਲਿਆ। ਇਹ ਜਿਹੜਾ ਬਲਿਹਾਰੀ ਕੁਦਰਤ ਬਸਤੀਆਂ ਦੇ ਨਾਮ ਤੇ ਸੈਮੀਨਾਰ ਜੋ ਅੱਜ ਇਸ ਪਵਿੱਤਰ ਧਰਤੀ ਤੇ ਆਰੰਭਿਆ ਗਿਆ ਹੈ,
ਉਸ ਦੇ ਵਿੱਚ ਮੈਂ ਬਹੁਤ ਹੀ ਸਰਲ ਸ਼ਬਦਾਂ ਵਿੱਚ ਔਰ ਵਿਹਾਰਿਕ ਜੀਵਨ ਵਿੱਚ ਵਰਤੀਆਂ ਜਾਣ ਵਾਲੀਆਂ ਸਾਡੀਆਂ ਬਦਲੀਆਂ ਜਾਣ ਵਾਲੀਆਂ ਆਦਤਾਂ ਉਹਨਾਂ ਦੇ ਨਾਲ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ, ਕਿਉਂਕਿ UNO ਨੇ ਇਹ ਜਿਹੜਾ ਹੈ ਇਨਵਾਇਰਨਮੈਂਟ ਵਰਲਡ ਡੇ ਜਿਹੜਾ ਹੈ 5 ਜੂਨ 1974 ਤੋਂ ਸਟਾਰਟ ਕੀਤਾ ਸੀ। ਸਾਡੀ ਇਸ ਧਰਤੀ ਤੇ ਸਾਡੇ ਗੁਰੂਆਂ ਨੇ ਪੀਰਾਂ ਨੇ ਇਸ ਧਰਤੀ ਨੂੰ ਹਰਿਆ ਭਰਿਆ ਬਣਾਇਆ ਹੈ ਤੇ ਹੁਣ ਸਾਡਾ ਫਰਜ਼ ਹੈ ਇਸ ਧਰਤੀ ਨੂੰ ਅਸੀਂ ਕਿਵੇਂ ਸੰਭਾਲਣਾ ਹੈ, ਕਿਉਂਕਿ ਉਹ ਸਾਡੇ ਸਾਰਿਆਂ ਦਾ ਬੋਝ ਚੱਲ ਰਹੀ ਹੈ। ਸਾਡੀ ਧਰਤੀ ਨੂੰ ਜਾਂ ਸਾਡੇ ਵਾਤਾਵਰਣ ਨੂੰ ਬਹੁਤ ਜ਼ਿਆਦਾ ਖਤਰਾ ਆ ਗਿਆ ਹੈ। ਸਾਡੇ ਸਮਾਜ ਵਾਂਗ ਸਾਡੇ ਵਿੱਚ ਦਿਖਾਵੇ ਦੀ ਪ੍ਰਵਿਰਤੀ ਹੈ, ਭਾਵੇਂ ਕਿਸੇ ਵੀ ਵਿੱਚ ਥੋੜੀ ਹੈ ਭਾਵੇਂ ਬਹੁਤੀ ਹੈ, ਪਰ ਜਿੱਥੇ ਸਾਡਾ ਜ਼ੋਰ ਚੱਲਦਾ ਹੈ ਜਾਂ ਮੌਕਾ ਮਿਲਦਾ ਹੈ ਅਸੀਂ ਦਿਖਾਵਾ ਕਰਦੇ ਹਾਂ, ਚਾਹੇ ਉਹ ਸਾਡੀਆਂ ਮਟੀਰੀਅਲਿਸਟਿਕ ਚੀਜ਼ਾਂ ਹੋਣ। ਪਰ ਕਦੀ ਵੀ ਅਸੀਂ ਆਪਣੇ ਵਾਤਾਵਰਣ ਜਾਂ ਚੌਗਿਰਦੇ ਨੂੰ ਜਿਸ ਨਾਲ ਮਨੁੱਖ ਸਮੇਤ ਹਜ਼ਾਰਾਂ ਪਸ਼ੂ ਪੰਛੀਆਂ ਦੀ ਹੋਂਦ ਜੁੜੀ ਹੈ ਉਸ ਦੇ ਵਿੱਚ ਅਸੀਂ ਦੂਜਿਆਂ ਨਾਲ ਮੁਕਾਬਲਾ ਕਰੀਏ। ਅੱਜ ਇਸ ਪਲੇਟਫਾਰਮ ਤੋਂ ਅਸੀਂ ਸਾਰਿਆਂ ਨੇ ਇਹੀ ਪ੍ਰਣ ਕਰਨਾ ਹੈ ਕਿ ਜੋ ਵੀ ਸਾਨੂੰ ਇਸ ਮਹਾਨ ਕਾਰਜ ਦੇ ਲਈ ਬਾਬਾ ਗਗਨਦੀਪ ਸਿੰਘ ਜੀ ਨਿਰਮਲੇ ਨੇ ਆਪਣਾ ਉਪਰਾਲਾ ਕੀਤਾ ਹੈ ਉਸ ਨੂੰ ਸਾਰਥਕ ਬਣਾਉਣ ਦੇ ਲਈ ਆਪਾਂ ਸਾਰਿਆਂ ਨੇ ਪ੍ਰਣ ਕਰਨਾ ਹੈ ਅਤੇ ਸਾਡੀ ਕਥਨੀ ਅਤੇ ਕਰਨੀ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਮੈਂ ਆਪ ਜੀ ਨੂੰ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ ਕਿ ਅੱਜ ਦਾ ਦੁਖਾਂਤ ਕੀ ਹੈ। ਅੱਜ ਦਾ ਦੁਖਾਂਤ ਵਾਤਾਵਰਨ ਵੀ ਹੈ, ਸਾਡੀ ਸੋਚ ਵੀ ਹੈ, ਕਈ ਕਿਸਮ ਦੇ ਸਾਡੇ ਸਵਾਰਥ ਵੀ ਨੇ ਜਿਸ ਨੇ ਇਹ ਦੁਖਾਂਤ ਪੈਦਾ ਕੀਤਾ ਹੈ। ਮੇਰੇ ਭਰਾਵੋ ਤੇ ਭੈਣੋ, ਸਿਰਫ ਵਾਤਾਵਰਨ ਨਾਲ ਜੁੜੇ ਰਹਿਣਾ ਹੀ ਸਾਡੀ ਜ਼ਿੰਦਗੀ ਹੈ। ਵਾਤਾਵਰਨ ਤੋਂ ਹੀ ਸਾਨੂੰ ਜ਼ਿੰਦਗੀ ਮਿਲਣੀ ਹੈ। ਪਾਣੀ ਹੈ, ਹਵਾ ਹੈ, ਇਹਨਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਲ ਨਹੀਂ, ਸਗੋਂ ਇਸ ਜੀਵਨ ਦੀ ਕਿਆਸ ਅਰਾਈ ਵੀ ਨਹੀਂ ਕੀਤੀ ਜਾ ਸਕਦੀ। ਗਿਆਨੀ ਜੀ ਨੇ ਜੋ ਅੱਜ ਮੈਂ ਦੇਖਿਆ ਇਹ ਸੈਮੀਨਾਰ ਆਮ ਤੌਰ ਤੇ ਸ਼ਹਿਰਾਂ ਵਿੱਚ ਵੱਡੇ ਹਾਲਾਂ ਵਿੱਚ ਕੀਤੇ ਜਾਇਆ ਕਰਦੇ ਨੇ। ਲੋਕ ਆਉਂਦੇ ਨੇ, ਆਪਣੇ ਆਪਣੇ ਵਿਚਾਰ ਰੱਖਦੇ ਨੇ ਤੇ ਉਹਨਾਂ ਹੀ ਕੰਧਾਂ ਦੀ ਗਰਮੈਸ਼ 'ਚੋਂ ਵਿਚਾਰ ਗੁੰਮ ਹੋ ਜਾਂਦੇ ਨੇ। ਪਰ ਅੱਜ ਇਹ ਵਿਚਾਰ ਜਦੋਂ ਮੈਂ ਦੇਖ ਰਿਹਾ ਕਿ ਅੰਬਾਂ ਦੀ ਭਰਪੂਰ ਫਸਲ ਹੋਈ ਵੀ ਹੈ, ਔਲਿਆਂ ਦੇ ਦਰਖਤ ਲੱਗੇ ਨੇ, ਆਲੇ ਦੁਆਲੇ ਕਿੰਨਾ ਸੋਹਣਾ ਵਾਤਾਵਰਨ ਹੈ, ਗਰਮੀ ਹੁੰਦੇ ਹੋਏ ਵੀ ਇੱਥੇ ਠੰਡਕ ਮਹਿਸੂਸ ਹੋ ਰਹੀ ਹੈ। ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਰਿਐਲਿਟੀ ਕੀ ਹੈ, ਕੁਦਰਤ ਕੀ ਹੈ ਤੇ ਕੁਦਰਤ ਦੀ ਗੋਦ ਵਿੱਚ ਬੈਠਣਾ ਕੀ ਹੈ। ਇਸ ਲਈ ਮੈਂ ਆਪ ਜੀ ਦਾ ਇੱਥੇ ਆਉਣ ਤੇ ਆਪ ਜੀ ਦਾ ਵਾਤਾਵਰਨ ਨਾਲ ਜੁੜੇ ਹੋਣ ਤੇ ਮੇਰੀਆਂ ਭੈਣਾਂ ਜਿਵੇਂ ਬੈਠੀਆਂ ਨੇ, ਜਿਵੇਂ ਸੁਣ ਰਹੀਆਂ ਨੇ, ਇਹਨਾਂ ਦਾ ਮੈਂ ਇਕਾਗਰਤਾ ਵੇਖ ਕੇ ਮੈਂ ਬਹੁਤ ਮਨੋਂ ਵੀ ਖੁਸ਼ ਹਾਂ ਤੇ ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਸਾਡੇ ਲੋਕਾਂ ਨੂੰ ਅਜਿਹੇ ਵਿਸ਼ਿਆਂ ਤੇ ਜੋ ਚੱਲ ਰਹੇ ਸੈਮੀਨਾਰ ਨੇ ਜਾਂ ਜਾਗਰੂਕਤਾ ਹੋ ਰਹੀ ਹੈ ਉਹਨਾਂ ਨਾਲ ਜੋੜਨ ਲਈ ਉਸ ਪਰਮਾਤਮਾ ਦੀ ਕਿਰਪਾ ਹੋਈ ਹੈ। ਅੱਜ ਦਾ ਜੋ ਮਾਹੌਲ ਹੈ ਪੰਜਾਬ ਵਿੱਚ ਜੋ ਚੱਲ ਰਿਹਾ ਹੈ, ਇਸ ਸੰਬੰਧ ਵਿੱਚ ਮੈਂ ਆਪਣੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦਾ ਹਾਂ। ਜਿਵੇਂ ਮੇਰੇ ਭੈਣਾਂ ਤੇ ਭਰਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ। ਗਿਆਨੀ ਜੀ ਨੇ ਪੁਸਤਕ ਰਾਹੀਂ ਆਪ ਜੀ ਨੂੰ ਇਸ ਨਸ਼ਿਆਂ ਦੇ ਦਰਿਆ ਸੰਬੰਧੀ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪ ਜੀ ਨੂੰ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਧਰਮ ਵਿੱਚ ਕਿਰਤ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਹੈ। ਜਿਸ ਕੌਮ ਵਿੱਚ ਕਿਰਤ ਦੀ ਪਿਰਤ ਖਤਮ ਹੋ ਜਾਵੇ ਉਹ ਕੌਮ ਕਦੇ ਵੀ ਤਰੱਕੀ ਨਹੀਂ ਕਰਦੀ। ਅਸੀਂ ਉਲਟੇ ਆ ਰਹੇ ਹਾਂ। ਜਿਵੇਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅਸੀਂ ਪਿਤਾ ਨੂੰ ਵੀ ਦੂਸ਼ਿਤ ਕਰ ਰਹੇ ਹਾਂ, ਮਾਤਾ ਨੂੰ ਵੀ, ਧਰਤੀ ਮਾਤਾ ਨੂੰ ਵੀ ਤੇ ਹਵਾ ਨੂੰ ਵੀ। ਤੁਸੀਂ ਕਦੇ ਸੋਚਿਆ ਇਹ ਗੱਲ ਕਿ ਜਿੰਨਾ ਕਰਕੇ ਅਸੀਂ ਦੁਨੀਆ ਤੇ ਆਏ ਹਾਂ ਅਸੀਂ ਉਹਨਾਂ ਦੇ ਅਗੇਂਸਟ ਜਾ ਰਹੇ ਹਾਂ। ਇੱਕ ਟਾਈਮ ਤੇ ਆਪਾਂ ਦੇਖੋ ਆਪਣੇ ਸਾਰਿਆਂ ਦੀ ਮਾਂ ਨਾ, ਤੇ ਜਦੋਂ ਇੱਕ ਬੱਚਾ ਬਾਹਲੀ ਜਿੱਦ ਕਰੀ ਜਾਵੇ, ਉਲਟ ਜਾਵੇ ਮਾਂ ਪਿਓ ਦੀ, ਤਾਂ ਉਹ ਥੱਪੜ ਪੈਂਦਾ, ਉਹਦੇ ਚਪੇੜ ਪੈਂਦੀ ਆ। ਤੇ ਸਾਨੂੰ ਆਲਰੇਡੀ ਡੈਮੋ ਮਿਲਣ ਲੱਗ ਚੁੱਕੀ ਆ। ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਕੋਵਿਡ ਦੇ ਵਿੱਚ ਦੇਖਿਆ ਹੀ ਆ ਕਿ ਇੱਥੇ ਆਕਸੀਜਨ ਦੇ ਸਿਲੰਡਰ ਤੱਕ ਨਹੀਂ ਮਿਲ ਰਹੇ ਸੀਗੇ ਤੇ ਅਸੀਂ ਫਿਰ ਵੀ ਨਹੀਂ ਸੁਧਰ ਰਹੇ। ਅਸੀਂ
ਆਪਣੀ ਲਾਈਫ ਨੂੰ ਇੰਪਰੂਵ ਕਰਨ ਦੀ ਬਜਾਏ ਖਰਾਬ ਕਰਨ ਲੱਗੇ ਹਾਂ। ਅਸੀਂ ਜੰਗਲਾਂ ਦੀ ਕਟਾਈ ਸ਼ੁਰੂ ਕੀਤੀ ਹੋਈ ਆ, ਅਸੀਂ ਘਰ ਬਣਾਉਣਾ ਜੀ, ਅਸੀਂ ਇੱਥੇ ਕੋਠੀ ਪਾਉਣੀ ਜਾਂ ਫੈਕਟਰੀ ਲਾਉਣੀ ਜਾਂ ਕੋਈ ਬਿਜ਼ਨਸ ਤੋੜਨਾ, ਗਵਰਨਮੈਂਟਸ ਵਾਧੀ ਹੋਈ ਵਹੀਕਲਸ ਨੂੰ ਦੇਖਦੇ ਹੋਏ ਰੋਡ ਚੌੜੇ ਕਰਨ ਲੱਗੇ ਹੋਏ ਨੇ ਦਰਖਤਾਂ ਦੀ ਕਟਾਈ ਕਰ ਕਰਕੇ। ਪਰ ਜਦੋਂ ਇੱਥੇ ਰਹਿਣ ਨਹੀਂ ਕਿਸੇ ਨੇ, ਫਿਰ ਇਹਨਾਂ ਦਾ ਫਾਇਦਾ ਕੀ ਆ? ਅਸੀਂ ਕੀ ਸੋਚ ਰਹੇ ਹਾਂ? ਜੰਗਲਾਂ ਦੀ ਕਟਾਈ ਹੋ ਰਹੀ ਆ, ਦਰਖਤ ਘਟ ਰਹੇ ਨੇ, ਆਕਸੀਜਨ ਸਾਹ ਲੈਣਾ ਔਖਾ ਹੋਇਆ ਪਿਆ, ਪੰਛੀ ਮਰ ਰਹੇ ਨੇ। ਇਸ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ? ਸਾਨੂੰ ਯੋਗਦਾਨ ਪਾਉਣਾ ਚਾਹੀਦਾ, ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਤਾਂ ਕਰਕੇ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਕੁਝ ਨਾ ਕੁਝ ਫਾਇਦਾ ਹੋ ਸਕੇ। ਹੁਣ ਜੇ ਹੋਰ ਗੱਲ ਕਰਦੇ ਅਸੀਂ ਕੁਆਂਟੀਟੀ ਪਿੱਛੇ ਭੱਜੇ ਹੋਏ ਹਾਂ, ਨਾਟ ਕੁਆਲਿਟੀ। ਫਰਟੀਲਾਈਜ਼ਰ ਪਾ ਕੇ, ਦਵਾਈਆਂ ਕੈਮੀਕਲਸ ਪਾ ਕੇ ਖੇਤਾਂ ਦੇ ਵਿੱਚ ਅਸੀਂ ਕੁਆਂਟੀਟੀ ਲੈਣਾ ਚਾਹੁੰਦੇ ਹਾਂ, ਪਰ ਉਹ ਪੈਸੇ ਦਾ ਕਰਾਂਗੇ ਕੀ ਜਦੋਂ ਸਾਡੇ ਕੋਲੇ ਕੁਝ ਵਧੀਆ ਕੁਆਲਿਟੀ ਨਹੀਂ ਹੈਗੀ? ਤਾਂ ਅਸੀਂ ਉਹ ਪੈਸੇ ਦਾ ਕਰਨਾ ਕੀ ਆ? ਅਸੀਂ ਪੈਸਾ ਕਮਾ ਰਹੇ ਹਾਂ, ਡਾਕਟਰਾਂ ਨੂੰ ਦੇ ਰਹੇ ਹਾਂ, ਉਹ ਕਮਾਈ ਦਾ ਫਾਇਦਾ ਕੀ ਆ? ਇੱਕ ਟਾਈਮ ਤੇ ਜਾ ਕੇ ਸਾਡੇ ਹੱਥ ਖੜੇ ਹੋ ਜਾਣੇ ਆ, ਜਿਹੜੇ ਰੱਬ ਨੇ ਸਾਨੂੰ ਬਣਾਇਆ ਅਸੀਂ ਉਹਦੇ ਅੱਗੇ ਕਹਾਂਗੇ ਰੱਬਾ ਸਾਤੋਂ ਸਾਰਾ ਪੈਸਾ ਲੈ ਸਾਨੂੰ ਠੀਕ ਕਰ ਦੇ। ਹੋ ਵੀ ਰਿਹਾ, ਦੁਨੀਆ ਦੇ ਵਿੱਚ ਇੰਨੇ ਦੁਖੀ ਤੋਂ ਦੁਖੀ ਲੋਕ ਬੈਠੇ ਨੇ ਜਿਹੜੇ ਕਹਿੰਦੇ ਨੇ ਸਾਤੋਂ ਸਾਰਾ ਪੈਸਾ ਲੈ ਲਓ ਪਰ ਸਾਨੂੰ ਸੁੱਖ ਦੇ ਦਿਓ, ਸਾਡੀ ਸਿਹਤ ਠੀਕ ਹੋ ਜਾਵੇ। ਪਰ ਸਾਨੂੰ ਸਿਹਤ ਲੈਣ ਦੀ ਲੋੜ ਹੈਗੀ ਆ। ਜੇ ਅੱਜ ਅਸੀਂ ਇੱਥੇ ਪਹੁੰਚੇ ਆ ਤਾਂ ਸਾਨੂੰ ਇੱਕ ਦੂਜੇ ਤੋਂ ਸਾਨੂੰ ਸਿੱਖਣ ਦਾ, ਵਿਚਾਰ ਕਰਨ ਦਾ ਮੌਕਾ ਮਿਲਿਆ ਕਿ ਬਾਬਾ ਗਗਨਦੀਪ ਸਿੰਘ ਦੀ ਅਗਵਾਈ ਦੇ ਵਿੱਚ ਅੱਜ ਤਪਦੀ ਧੁੱਪ 'ਚ, ਔਰ ਮੇਰਾ ਖਿਆਲ ਹੈ ਇਹ ਹਰ ਵਰੇ ਤੋਂ ਬਾਅਦ ਵੱਧ ਤੋਂ ਵੱਧ ਟੈਂਪਰੇਚਰ ਦੇ ਦੌਰਾਨ ਆਪਾਂ ਇੱਕ ਸੈਮੀਨਾਰ ਕਰ ਰਹੇ ਹਾਂ। ਔਰ ਮੇਰੇ ਤੋਂ ਪਹਿਲਾਂ ਬੜੇ ਸੂਝਵਾਨ ਬੁਲਾਰਿਆਂ ਨੇ, ਔਰ ਮੇਰੇ ਤੋਂ ਆਉਣ ਵਾਲੇ ਵੀ ਮੇਰੇ ਤੋਂ ਜ਼ਿਆਦਾ ਸੂਝਵਾਨ ਨੇ, ਵਿਸ਼ੇ ਦੇ ਬਾਹਰ ਨੇ, ਹਾਰਟੀਕਲਚਰ ਦੇ ਬਾਹਰ ਬੈਠੇ ਨੇ, ਉਹਨਾਂ ਨੇ ਮੁੱਖ ਬੁਲਾਰੇ ਤੌਰ ਤੇ ਬੋਲਣਾ ਹੈ। ਜਿਹੜੀ ਸਹੁੰ ਉਹਨਾਂ ਨੇ ਤੁਹਾਤੋਂ ਲਈ ਹੈ, ਤੁਸੀਂ ਉਹਦਾ ਜਵਾਬ ਹਾਂ 'ਚ ਦਿੱਤਾ ਹੈ। ਤੁਸੀਂ ਇਹ ਜਿਹੜੀ ਫਤਿਹ ਦਾ ਜਵਾਬ ਫਤਿਹ 'ਚ ਦਿੱਤਾ ਹੈ, ਤੁਸੀਂ ਇਸ ਗੱਲ ਨੂੰ ਮੰਨੇ ਹੋ ਕਿ ਇਹ ਇਕੱਲਾ ਵਿਸ਼ਾ ਸੈਮੀਨਾਰ ਕਰਨ ਦਾ ਨਹੀਂ, ਇਹਦਾ ਜਵਾਬ ਦੇਣਾ ਵੀ ਬਣਦਾ। ਮੈਂ ਉਹ ਗੱਲਾਂ ਰਿਪੀਟ ਨਹੀਂ ਕਰੂੰਗਾ ਜਿਹੜੀਆਂ ਪਹਿਲਾਂ ਹੋ ਗਈਆਂ, ਮੈਂ ਆંકੜੇ ਨਹੀਂ ਦੇਵਾਂਗਾ, ਮੈਂ ਤੁਹਾਨੂੰ ਇਹ ਯਾਦ ਕਰਾਉਣ ਦੀ ਕੋਸ਼ਿਸ਼ ਨਹੀਂ ਕਰਾਂਗਾ ਕਿ ਅੱਜ ਵਰਲਡ এনवायरमेंट ਡੇ ਹੈ। ਤੁਹਾਨੂੰ ਪਤਾ ਆਪਾਂ ਕਿਉਂ ਇਕੱਠੇ ਇੱਥੇ ਹੋਏ। ਮੈਂ ਇੱਕ ਜ਼ਰੂਰ ਬੇਨਤੀ ਤੋਂ ਭਾਲਦਾ, ਗੱਲ ਕਹਿਣ ਦੀ ਹੁੰਦੀ ਹੈ। ਬੀਬਾ ਕੈਨੇਡਾ ਤੋਂ ਜਿਹੜੀ ਆਈ ਹੈ, ਬੀਬਾ ਜੀ ਜਰਾ ਖੜੇ ਹੋਇਓ ਇੱਕ ਮਿੰਟ ਲਈ, ਵੱਧ ਨਹੀਂ। ਹਾਂ, ਗੱਲ ਇਹ ਨਹੀਂ ਹੁੰਦੀ ਕਿ ਉਹਨਾਂ ਨੇ ਕਿਹਾ ਮੈਂ ਨਰਵਸ ਹੋ ਗਈ, ਮੈਂ ਥੋੜਾ ਟਾਈਮ ਬੋਲੀ, ਇਹ ਮੇਰਾ ਖਿਆਲ ਹੈ ਸਾਰਿਆਂ ਨੂੰ ਘੱਟ ਸਮਾਂ ਬੋਲੇ ਨੇ, ਲੇਕਿਨ ਜਿਹੜੀ ਗੱਲ ਕਹਿ ਕੇ ਗਏ ਨੇ। ਥੋੜੇ ਦਿਨ ਪਹਿਲਾਂ ਇੱਥੇ ਅਸੀਂ ਇੱਕ ਸੈਮੀਨਾਰ ਕਰਵਾਇਆ ਸੀ ਤੇ ਉੱਥੇ ਸਾਡੇ ਇੱਕ ਬੜੇ ਸੂਝਵਾਨ ਅਫਸਰ ਪਵਨਦੀਪ ਜੀ, ਐਗਜ਼ੀਕਿਊਟਿਵ ਮੈਜਿਸਟ੍ਰੇਟ ਤਹਿਸੀਲਦਾਰ ਸਾਹਿਬ ਬੋਲਦੇ ਸੀ, ਬੱਚੀਆਂ ਬਾਰੇ ਸੀ। ਉਹਨਾਂ ਨੇ ਲੜਕੀਆਂ ਨੂੰ ਕੋਈ ਲੜਕੀਆਂ ਦੇ ਬਾਰੇ ਦੱਸਣਾ ਸੀ। ਉਹਨਾਂ ਨੇ ਇੱਕ ਲਾਈਨ ਕਹੀ ਸੀ ਲੜਕੀਆਂ ਬਾਰੇ, ਬਸ ਦੈਟਸ ਆਲ। ਕਹਿੰਦੇ ਬੇਟੀਆਂ ਨੂੰ ਸੰਬੋਧਨ ਹੋ ਕੇ ਕਹਿੰਦੇ ਬੇਟੇ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਤੁਹਾਡੇ ਮਾਪਿਆਂ ਦਾ ਸਿਰ ਨੀਵਾਂ ਹੋਵੇ। ਅੱਜ ਵਰਲਡ এনवायरमेंट ਡੇ ਤੇ ਇਸ ਆਸ਼ਰਮ ਵਿੱਚ ਹੋ ਰਿਹਾ ਹੈ ਕਿ ਬਾਬਾ ਗਗਨਦੀਪ ਜੀ ਸਮੇਂ-ਸਮੇਂ ਤੇ ਹੀ ਇਹੋ ਜਿਹੇ ਵਧੀਆ ਉਪਰਾਲੇ ਕਰਦੇ ਰਹਿੰਦੇ ਨੇ। ਪਿੱਛੇ ਵੀ ਕਬੱਡੀ ਟੂਰਨਾਮੈਂਟ ਤੇ ਆਉਣ ਦਾ ਮੈਨੂੰ ਮੌਕਾ ਮਿਲਿਆ ਤਾਂ ਬਹੁਤ ਹੀ ਵਧੀਆ ਉਪਰਾਲੇ ਬਾਬਾ ਗਗਨਦੀਪ ਦੇ ਇਸ ਆਸ਼ਰਮ ਦੇ ਥਰੂ ਹੁੰਦੇ ਨੇ। ਮੇਰੇ ਤੋਂ ਪਹਿਲਾਂ ਵਰਲਡ এনवायरमेंट ਡੇ ਤੇ ਬਹੁਤ ਕੁਝ ਬੁਲਾਰਿਆਂ ਨੇ ਬਹੁਤ ਵਧੀਆ ਗੱਲਾਂ ਦੱਸੀਆਂ, ਕੋਵਿਡ ਬਾਰੇ ਵੀ ਗੱਲਾਂ ਕੀਤੀਆਂ ਵੀ ਕਰੋਨਾ ਦਾ ਮਹਾਮਾਰੀ ਸੀ ਔਰ ਲੋਕਾਂ ਨੂੰ ਆਕਸੀਜਨ ਦੀ ਕਮੀ ਦੀ ਆਪਾਂ ਘਾਟ ਦੇਖੀ ਹੈ। ਤੇ ਬੁਲਾਰਿਆਂ ਨੇ ਦੱਸਿਆ ਹੀ ਹੈ ਕਿ ਪੇੜ ਲਾਓ, ਪਾਣੀ ਬਚਾਓ, ਬਹੁਤ ਵਧੀਆ ਮੈਸੇਜ ਦਿੱਤੇ ਨੇ। ਤੇ ਆਉਣ ਵਾਲੇ ਬੁਲਾਰੇ ਵੀ ਤੁਹਾਨੂੰ ਇੱਥੇ ਚਾਨਣਾ ਪਾਉਣਗੇ। ਸੈਕਟਰੀ ਸਾਹਿਬ ਨੇ ਮੇਰੀ ਜ਼ਿੰਮੇਵਾਰੀ ਲਈ ਕਿ ਬਲੱਡ ਡੋਨੇਸ਼ਨ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਚਾਨਣਾ ਪਾਵਾਂ। ਸਭ ਤੋਂ ਪਹਿਲਾਂ ਮੈਂ ਸੰਗਤ ਦੇ ਵਿੱਚ ਦੇਖਣਾ ਚਾਹੁੰਦਾ ਕਿ ਕਿੰਨੇ ਕੁ ਡੋਨਰ ਨੇ।
किस किस ने ब्लड डोनेट किया, कदे भी एक बारी वो हथ खड़ा कर सकता? शायद 50% मसीह ने जिन्होंने और बीबियां ने तो हाथ खड़े किए ही नहीं। आजकल फीमेल डोनर्स की गिनती बहुत बढ़ गई है। मैं भैनों को भी गुजारिश करूँगा कि ब्लड डोनेट कराया करो। ब्लड की बहुत ज़्यादा कमी है, ब्लड की कोई रिप्लेसमेंट नहीं है। ਜਦੋਂ ब्लड की लोड़ होंगी है तो ब्लड ही उसकी कमी को पूरा कर सकता है। ਆਪਾਂ ਆਮ ਦੇਖਦੇ ਹਾਂ ਕਿਸੇ ਵੀਰ ਦੀ ਭੈਣ ਦੀ ਬਲੱਡ ਬਾਈਪਾਸ ਸਰਜਰੀ ਹੋਵੇ ਤਾਂ ਖੜੇ ਪੈਰ 6 ਬੋਤਲਾਂ ਮੰਗ ਲੈਂਦੇ। ਦੇਖੋ ਅਗਰ ਆਪਾਂ ਬਲੱਡ ਡੋਨੇਟ ਕਰਾਂਗੇ ਤਾਂ ਹੀ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਜਿਹੜਾ এনवायरमेंट ਆ ਇਹ ਪੋਲਿਊਟਡ ਹੋ ਰਿਹਾ, ਇਹਦੇ ਬਾਰੇ ਮੇਨ ਮੁੱਦਾ ਆਪਣਾ ਜਿਹੀ ਹੈ ਵੀ ਇਹ ਹਵਾ ਦਾ ਪ੍ਰਦੂਸ਼ਣ, ਪਾਣੀ ਦਾ ਪ੍ਰਦੂਸ਼ਣ, ਮਤਲਬ ਧਰਤੀ ਦਾ, ਇਹਦਾ ਮੇਨ ਕਾਰਨ ਜਿਹੜਾ ਮੈਂ ਸਮਝਦਾ ਦੈਟ ਇਜ਼ ਡੀਫੋਰੈਸਟੇਸ਼ਨ, ਜੰਗਲਾਂ ਦਾ ਕੱਟਿਆ ਜਾਣਾ। ਪਾਣੀ ਪੋਲਿਊਟਡ ਆ ਰਿਹਾ, ਹਵਾ ਪੋਲਿਊਟਡ ਆ, ਜਿਹੜੀ ਆਪਣੀ ਧਰਤੀ ਸੋਇਲ ਆ ਉਹ ਪੋਇਜ਼ਨਸ ਹੋ ਰਹੀ ਆ। ਇਹਦਾ ਕਾਰਨ ਇੱਕ ਨੰਬਰ ਮੈਂ ਹੀ ਮੰਨਦਾ ਪਾਣੀ ਦਾ ਪੋਲਿਊਟਡ ਹੋਣਾ, ਦਰਿਆਵਾਂ ਦਾ ਪਾਣੀ ਪੋਲਿਊਟਡ, ਜਿਹੜਾ ਧਰਤੀ ਦੇ ਹੇਠਲਾ ਪਾਣੀ ਆ ਉਹ ਪੋਲਿਊਟਡ, ਪੀਣ ਵਾਲਾ ਪਾਣੀ ਕੋਲ ਪਾਣੀ ਨਹੀਂ ਬਚਣਾ। ਔਰ ਥੋੜ੍ਹੇ ਸਮੇਂ 'ਚ ਇੱਕ ਪੰਜਾਬ ਦਾ ਲੇਟੈਸਟ ਸਰਵੇ ਆ ਜਿਹੜਾ ਹੁਣ ਲੇਟੈਸਟ ਆ ਵੀ ਕਿੰਨਾ ਕੁ ਪਾਣੀ, 16 ਜ਼ਿਲ੍ਹਿਆਂ ਦਾ ਪਾਣੀ ਪੰਜਾਬ ਦਾ 23 ਚੋਂ ਇਸ ਵੇਲੇ ਪੀਣ ਯੋਗ ਪਾਣੀ ਨਹੀਂ ਰਿਹਾ। ਇਹਦਾ ਮੇਨ ਕਾਰਨ ਇਹੀ ਆ ਵੀ ਆਪਾਂ ਜਿਹੜਾ ਇੰਨੇ ਪੈਸਟੀਸਾਈਡਸ ਦੀ ਵਰਤੋਂ ਕਰ ਰਹੇ ਹਾਂ, ਦਰਿਆਵਾਂ 'ਚ ਪੋਲਿਊਟਡ ਇੰਡਸਟਰੀ ਦਾ ਵਾਟਰ, ਹੋਰ ਮਤਲਬ ਇਹੋ ਜਿਹੀਆਂ ਚੀਜ਼ਾਂ ਉਹ ਕਰ ਰਹੇ ਹਾਂ। ਇੱਥੋਂ ਦੇਖੋ, ਆਪਾਂ ਜਦੋਂ ਕਿਸੇ ਵੀ ਡਾਕਟਰ ਦੇ ਕੋਲੇ ਦਵਾਈ ਲੈਣ ਜਾਂਦੇ ਹੁੰਦੇ ਆ, ਮੰਨ ਲਓ ਬੁਖਾਰ ਆ ਮੈਨੂੰ, ਡਾਕਟਰ ਨੇ ਦਵਾਈ ਦੇ ਨਾਲ ਇਹ ਮੈਨੂੰ ਜ਼ਰੂਰ ਕਹੂਗਾ ਡਾਕਟਰ ਵੀ ਭਾਈ ਤੂੰ ਸਮੋਸੇ ਨਾ ਖਾਈ, ਗੋਲ ਗੱਪੇ ਨਾ ਖਾਈ, ਹੈ ਨਾ ਜੀ। ਕਹਿਣ ਦਾ ਭਾਵ ਇਹ ਆ ਵੀ ਦਵਾਈ ਤਾਂ ਅਸਰ ਕਰੂਗੀ ਜੇ ਮੈਂ ਉਹ ਜਿਹੜੇ ਔਗਣ ਨੇ ਦਵਾਈ ਦੇ ਵਿੱਚ, ਸਮੋਸੇ ਗੋਲ ਗੱਪੇ, ਉਹ ਮੈਂ ਨਹੀਂ ਖਾਊਂਗਾ ਤਾਂ ਠੀਕ ਹੋਊਂਗਾ। ਹੁਣ ਆਪਾਂ ਗੱਲ ਆ ਕਰਦਾ ਥੋੜ੍ਹੀ ਧਰਮ ਵਾਲੀ ਦੁਨੀਆ ਦੀ। ਧਰਮ ਦੇ ਵਿੱਚ ਔਗਣਾਂ ਨੂੰ ਪਾਪ ਕਹਿ ਦਿੰਦੇ ਨੇ, ਠੀਕ ਹੈ ਜੀ। ਉਧਰ ਫਾਸਟ ਫੂਡ ਉਹ ਮਨਾ ਕੀਤਾ ਡਾਕਟਰ ਨੇ। ਜੇ ਤੁਸੀਂ ਬਾਬਾ ਜੀ ਕੋਲੇ ਆਓਗੇ ਪਾਠ ਕਰਨ, ਸੇਵਾ ਕਰਨ, ਬਾਬਾ ਜੀ ਕਹਿਣਗੇ ਭਾਈ ਗਲਤ ਕੰਮ ਨਹੀਂ ਕਰਨੇ, ਨਹੀਂ ਤੈਨੂੰ ਫਲ ਸੇਵਾ ਦਾ ਨਹੀਂ ਮਿਲਣਾ। ਉਹਨੂੰ ਧਰਮ ਦੀ ਦੁਨੀਆ 'ਚ ਪਾਪ ਕਹਿ ਦਿੰਦੇ ਨੇ, ਠੀਕ ਹੈ ਜੀ। ਜੇ ਕੋਈ ਬੰਦਾ ਬੜਾ ਪਾਠ ਕਰੇ, ਬੜੀ ਸੇਵਾ ਕਰੇ, ਜਪ ਤਪ ਕਰੇ, ਪਰ ਬੜੇ ਕਤਲ ਕਰੇ, ਕੀ ਉਹਨੂੰ ਫਲ ਮਿਲੂ ਕਿ ਨਹੀਂ? ਨਹੀਂ ਮਿਲਣਾ। ਹੁਣ ਗੱਲ ਆ ਜਾਓ ਵਾਤਾਵਰਨ 'ਤੇ। ਬੜੀ ਸੇਵਾ ਕਰਦੇ ਹਾਂ, ਬੜੇ ਪਾਠ ਪੂਜਾ ਕਰਦੇ ਹਾਂ, ਇਹ ਦਰਖਤਾਂ ਨੂੰ ਆਪਾਂ ਉਈਓ ਸਮਝਿਆ ਹੋਇਆ ਦਰਖਤ ਨੇ। ਕਦੇ ਪੁੱਛੋ ਮਹਾਰਾਜ ਤੋਂ ਵੀ ਇਹ ਦਰਖਤ ਕੀ ਨੇ? ਕਤਲ ਕਰਨ ਤੋਂ ਆਪਾਂ ਡਰਦੇ ਹਾਂ ਵੀ ਕਤਲ ਇੱਕ ਗੁਨਾਹ ਆ, ਇੱਕ ਪਾਪ ਆ, ਪਰ ਗੁਰਬਾਣੀ ਕਹਿੰਦੀ ਇਹ ਵੀ ਜੂਨ ਆ ਇੱਕ। ਗੁਰਬਾਣੀ ਕਹਿੰਦੀ ਇਹ ਜੂਨ ਆ ਇੱਕ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਆ, ਬਾਬਾ ਜੀ ਨੂੰ ਤਾਂ ਸਾਰਾ ਪਤਾ। ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮਾਂ 'ਚ ਅਸੀਂ ਕੀੜੇ ਕੂੜੇ ਬਣੇ ਆ ਪਹਿਲਾਂ, ਹੈ ਨਾ ਜੀ। ਉਹ ਤੋਂ ਚੌਥੀ ਤੋਂ ਕਹਾਉਂਦੀ ਹੈ ਬਾਬਾ ਜੀ, ਕਈ ਜਨਮ ਹੈਵਰ ਬ੍ਰਿਖ ਜੋਇਓ। ਪਹਿਲਾਂ ਮਹਾਰਾਜ ਕਹਿੰਦੇ ਅਸੀਂ ਦਰਖਤ ਵੀ ਬਣੇ ਆ। ਪੱਤਰਕਾਰ ਸਾਹਿਬ ਕਹਿੰਦੇ ਵੀ ਕੋਈ ਇਹੋ ਜਿਹੀ ਗੱਲ ਕਰੀਏ ਸਾਡਾ ਮੋਹ ਪੈ ਜਾਵੇ। ਹੁਣ ਤੁਸੀਂ ਆਪ ਸੋਚੋ, ਜੇ ਤੁਸੀਂ ਦਰਖਤਾਂ ਦਾ ਕਤਲ ਕਰੋਗੇ ਤੁਹਾਨੂੰ ਸੇਵਾ ਦਾ, ਬਾਣੀ ਦਾ, ਚੰਗੇ ਪੁੰਨਾਂ ਦਾ ਫਲ ਮਿਲ ਜੂ? ਬੜਾ ਮਹਾਪਾਪ ਆ। ਸਾਰਿਆਂ ਨੂੰ ਆਪਣੀਆਂ ਕੁਝ ਗੱਲਾਂ ਦੱਸਣੀਆਂ ਚਾਹੁੰਦਾ ਹਾਂ। ਕੁਹਾੜੀ ਨੂੰ ਰੁੱਖ ਤੋਂ ਟੀਕੇ ਤੋਂ ਪੁੱਤ ਨੂੰ ਤੇ ਝੋਨੇ ਤੋਂ ਪਾਣੀ ਨੂੰ ਦੋਸਤੋ ਬਚਾ ਲਓ ਜੇ ਪੰਜਾਬ ਵਸਣਾ ਰੱਖਣਾ ਹੈ। ਮੈਂ ਲਾਸਟ ਈਅਰ SHO ਮੂਲਾਂਪੁਰ ਦਾਖੇ ਸੀ ਤੇ ਮੈਂ ਇੱਕ ਸਕੀਮ ਚਲਾਈ ਸੀ ਉੱਥੇ ਵਾਤਾਵਰਨ ਸੰਭਾਲਣ ਵਾਸਤੇ। ਮੈਂ ਉੱਥੇ ਲਾਂਚ ਕੀਤਾ ਸੀਗਾ, ਜਿਹੜਾ ਬੱਚਾ 1 ਸਾਲ ਤੋਂ 10 ਸਾਲ ਤੱਕ ਹੈ ਉਹ ਮੈਨੂੰ ਜਨਮ ਤਰੀਕ ਦੱਸੇ ਤੇ ਮੈਂ ਉਹਦੇ ਘਰ ਕੇਕ ਕੱਟ ਕੇ ਤੇ 11 ਬੂਟੇ ਦੇ ਕੇ ਆਵਾਂਗਾ। ਔਰ ਇਸ ਦੇ ਵਿੱਚ
ਤੁਸੀਂ ਮੁੱਲਾਂਪੁਰ ਦਾਖੇ ਏਰੀਏ ਦੇ ਵਿੱਚ ਜਾ ਕੇ ਪਤਾ ਕਰ ਲਓ, ਮੈਨੂੰ ਬੜਾ ਰਿਸਪੌਂਸ ਮਿਲਿਆ। ਕਈ ਦਿਨਾਂ ਦੇ ਵਿੱਚ ਤਾਂ 10-10 ਵਾਰੀ ਵੀ ਕੇਕ ਕੱਟਣ ਦਾ ਮੌਕਾ ਮਿਲਿਆ ਤੇ 11-11 ਬੂਟੇ ਦਿੱਤੇ, ਬੂਟੇ ਲਵਾਏ। ਇਸ ਵਾਤਾਵਰਣ ਦੇ ਸੰਬੰਧ ਦੇ ਵਿੱਚ ਮੈਂ ਤਕਰੀਬਨ 15 ਸਾਲ ਤੋਂ ਲਗਾਤਾਰ ਜੁੜਿਆ ਹੋਇਆ ਹਾਂ। ਜਿੱਥੇ ਮੇਰੀ ਰਿਹਾਇਸ਼ ਆ ਤੁਸੀਂ ਉੱਤੇ ਆ ਕੇ ਦੇਖਿਓ, ਤੁਹਾਨੂੰ ਬੂਟੇ ਆਪਣੇ ਆਪ ਪਤਾ ਲੱਗ ਜੂਗਾ ਕਿੰਨੇ ਪਾਲੇ, ਕਿੰਨੇ ਕਿਵੇਂ ਪਾਲੇ। ਬੂਟੇ ਲਾ ਦੇਣਾ ਇੱਕ ਵੱਖਰੀ ਗੱਲ ਆ, ਬੂਟੇ ਲਾ ਕੇ ਫੋਟੋ ਖਿਚਾ ਦੇਣਾ ਇੱਕ ਵੱਖਰੀ ਗੱਲ ਆ, ਲੇਕਿਨ ਉਹਦੀ ਦੇਖ ਰੇਖ ਸੰਭਾਲ ਕਰਨਾ ਵੀ ਸਾਡਾ ਇਨਸਾਨੀਅਤ ਫਰਜ਼ ਬਣਦਾ ਹੈ। ਸੋ ਰੁੱਖਾਂ ਨੂੰ ਕੱਟਣ ਤੋਂ ਪਹਿਲਾਂ ਜੇ ਤੁਸੀਂ ਆਪਣੇ ਆਪ ਨੂੰ ਸਮਝਦਾਰ ਜਾਂ ਚੰਗੇ ਇਨਸਾਨ ਬਣਾਉਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੇ ਵਿੱਚੋਂ ਇੱਕ ਰੁੱਖ ਕੱਟਣ ਦੀ ਬਜਾਏ 5 ਰੁੱਖ ਲਾਓ। ਜੇ ਮੈਂ ਗੱਲ ਕਰਾਂ ਵਾਤਾਵਰਣ ਦੀ, ਤਾਂ ਵਾਤਾਵਰਣ ਦੇ ਵਿੱਚ ਜੰਗਲ ਬੜੇ ਇੰਪੋਰਟੈਂਟ ਰੋਲ ਪੈਦਾ ਕਰ ਰਹੇ ਆ। ਅਸੀਂ ਫੋਰਨ ਕਲਚਰ ਅਪਣਾ ਲਿਆ, ਵੈਸਟਰਨ ਕਲਚਰ ਅਸੀਂ ਅਪਣਾ ਲਿਆ, ਪਰ ਉਹਨਾਂ ਦੀਆਂ ਪਾਲਿਸੀਆਂ ਨੂੰ ਅਡਾਪਟ ਨਹੀਂ ਕੀਤਾ। ਉਹਨਾਂ ਨੇ ਜਦੋਂ ਸਾਡਾ ਦੇਸ਼ ਉਹਨਾਂ ਦੇ ਹੱਥ ਵਿੱਚ ਆਇਆ, ਖਾਸ ਕਰਕੇ ਪੰਜਾਬ ਦਾ 1849 ਈਸਵੀ ਨੂੰ ਆਇਆ। ਪੰਜਾਬ, ਉਹ ਪੰਜਾਬ ਦੀ ਗੱਲ ਕਰਦਾ ਜਿਹੜਾ ਪਾਕਿਸਤਾਨ ਦੇ ਕੋਲ ਵੀ ਚਿਰ ਗਿਆ ਤੇ ਇੱਧਰ ਵੀ ਆ ਗਿਆ ਤੇ ਸਾਡੇ ਚੋਂ ਵੰਡ ਕਰਕੇ ਹਿਮਾਚਲ ਵੀ ਕੱਢ ਦਿੱਤਾ ਗਿਆ। 1851 ਦੇ ਵਿੱਚ ਲਾਰਡ ਡਲਹੌਜ਼ੀ ਦੀ ਰਿਪੋਰਟ ਆ, ਜਿਹੜੀ ਕਿ ਬੜੀ ਇੰਪੋਰਟੈਂਟ ਰਿਪੋਰਟ ਆ ਸਾਡੇ ਪੰਜਾਬ ਦੇ ਲਈ, ਕਿ ਜਿਹੜਾ ਜੰਗਲਾਂ ਦਾ ਰਕਬਾ ਆ ਉਹ ਸੈਟਿਸਫੈਕਸ਼ਨ ਉਸ ਵੇਲੇ ਦਾ ਨਹੀਂ ਹੈਗਾ। 1851 ਦੀ ਗੱਲ ਕਰ ਰਹੇ ਹਾਂ। 1851 ਤੋਂ ਬਾਅਦ 1947 'ਚ ਸਾਡੀ ਵੰਡ ਵੀ ਹੁੰਦੀ ਆ। ਅਸੀਂ ਫਲੈਂਗ ਵੀ ਕਰਦੇ ਆ, ਕੁਝ ਪਾਕਿਸਤਾਨ ਦੇ ਪਰਿਵਾਰ ਇੱਧਰ ਆਉਂਦੇ ਤੇ ਇੱਧਰਲੇ ਪਰਿਵਾਰ ਉੱਧਰ ਜਾਂਦੇ ਆ। ਉਹਦੇ ਕਰਕੇ ਖੇਤੀਯੋਗ ਜ਼ਮੀਨ ਵੀ ਸਾਨੂੰ ਚਾਹੀਦੀ ਸੀ, ਜਿਹਦੇ ਕਰਕੇ ਜੰਗਲ ਹੋਰ ਜ਼ਿਆਦਾ ਘੱਟ ਹੋਏ ਆ। ਇਹ ਖਤਰੇ ਦੀ ਘੰਟੀ ਅੱਜ ਤੋਂ 1851 ਦੇ ਵਿੱਚ ਦੇ ਗਿਆ ਲਾਰਡ ਡਲਹੌਜ਼ੀ, ਪਰ ਅਸੀਂ ਉਹਦੀ ਉਹ ਜਿਹੜੀ ਰਿਪੋਰਟ ਆ ਸਟੱਡੀ ਤਾਂ ਕੀ ਕਰਨੀ ਸੀ, ਸਾਨੂੰ ਪਤਾ ਹੀ ਨਹੀਂ। ਇਹਦੇ ਨਾਲ ਨਾਲ ਪੰਜਾਬ ਦਾ ਰਕਬਾ ਜਿਹੜਾ ਹੈਗਾ ਆ 1.5-2% ਆ ਸਾਰਾ ਦੇਸ਼ ਦੇ ਵਿੱਚ, ਤੇ ਇਹਦੇ ਵਿੱਚ ਜੰਗਲਾਂ ਦਾ ਕੁੱਲ ਰਕਬੇ ਦੇ ਵਿੱਚੋਂ ਸਾਰਾ 3.67% ਆ। ਤੁਸੀਂ ਆਪ ਦੇ ਸਕਦੇ ਹੋ ਕਿ ਕਿੱਥੇ ਸਾਡੇ ਹਾਲਾਤ ਆ। ਮੇਰਾ ਇਸ ਵੇਲੇ ਭਾਸ਼ਣ ਦੇਣ ਦਾ ਮਕਸਦ ਇਹ ਆ, ਇੱਕ ਵਾਰੀ ਅੱਖਾਂ ਖੁੱਲ੍ਹ ਜਾਣ ਸਾਡੀਆਂ, ਤਾਂ ਕਿ ਹਰ ਇੱਕ ਬੰਦਾ 1.25 ਲੱਖ ਦੇ ਬਰਾਬਰ ਆ। ਆਪਣੇ ਉੱਦਮ, ਆਪਣੇ ਨਿੱਜੀ ਉੱਦਮ ਹੋਣੇ ਚਾਹੀਦੇ ਆ ਤਾਂ ਕਿ ਤੁਸੀਂ ਵਾਤਾਵਰਨ ਨੂੰ ਬਚਾਓ। ਜੇ ਮੈਂ ਹੁਣ ਪਾਣੀ ਦੀ ਗੱਲ ਕਰਾਂ, ਇੱਕ ਡਾਟਾ ਅਸੀਂ ਸਟੱਡੀ ਕਰਦੇ ਸੀਗੇ, ਕਿਉਂਕਿ ਮੇਰਾ ਕੰਮ ਸਟੱਡੀ ਦਾ ਹੀ ਹੈ ਜੀ, ਮੋਸਟਲੀ ਰਿਸਰਚ ਦਾ ਕੰਮ ਆ। ਰਿਸਰਚ ਵੀ ਮੇਰੀ ਡਰੈਗਨ ਫਰੂਟ ਦੇ ਉੱਤੇ ਹੋਈ ਹੈ। ਉਹਦਾ ਕਾਰਨ ਵੀ ਇਹੀ ਸੀ ਵੀ ਪੰਜਾਬ ਦੇ ਵਿੱਚੋਂ ਪਾਣੀਆਂ ਦਾ ਜਿਹੜਾ ਲੈਵਲ ਥੱਲੇ ਡਿੱਗਦਾ ਪਿਆ, ਬਾਰਿਸ਼ਾਂ ਹੁੰਦੀਆਂ ਨਹੀਂ। ਫਿਰ ਮੇਰੇ ਦਿਮਾਗ ਦੇ ਵਿੱਚ ਆਈ ਵੀ ਬਾਰਿਸ਼ਾਂ ਕਿਉਂ ਨਹੀਂ ਹੋ ਰਹੀਆਂ, ਕਿਉਂ ਮੁੱਖ ਮੁੜ ਗਈਆਂ। ਉਹਦਾ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਡਾਟਾ ਕਲੈਕਟ ਕੀਤਾ। ਤੁਸੀਂ ਕਹਿੰਦੇ ਹੋਗੇ ਵੀ ਭਾਈ ਡਾਟੇ ਨਾਲ ਸਾਡਾ ਕੀ ਲੈਣ ਦੇਣ। ਡਾਟੇ ਦੇ ਨਾਲ ਲੈਣ ਦੇਣ ਇਹ ਆ ਕਿ ਸਾਡਾ ਆਉਣ ਵਾਲਾ ਜਿਹੜਾ ਹੈਗਾ ਆ ਭਵਿੱਖ, ਉਹ ਸਾਨੂੰ ਇਹ ਤੋਂ ਸਾਫ਼-ਸਾਫ਼ ਨਜ਼ਰ ਲੱਗਦਾ ਪਿਆ ਆ ਕਿ ਅਸੀਂ 15-17 ਸਾਲ ਦੇ ਵਿੱਚ ਆਪਣਾ ਜਿਹੜਾ ਗਰਾਊਂਡ ਵਾਟਰ ਲੈਵਲ ਹੈ ਸਾਰੇ ਦਾ ਸਾਰਾ ਗਵਾ ਬੈਠਣਾ। ਮੰਚ ਦੇ ਸਵਾਈਮਾਨ ਡਾਕਟਰ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਬੁੱਧੀਜੀਵੀ ਵਿਦਵਾਨ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ NGO ਗੁਰਮਤ ਸੇਵਾ ਸੁਸਾਇਟੀ ਹੈੱਡ ਆਫਿਸ ਨਿਰਮਲ ਆਸ਼ਰਮ ਦੇ ਸਮੂਹ ਵਲੰਟੀਅਰਸ ਐਂਡ ਮੈਂਬਰਸ ਦੀ ਰਿਕੁਐਸਟ ਨੂੰ ਐਕਸੈਪਟ ਕੀਤਾ ਔਰ ਅੱਜ এনवायरमेंट ਡੇ ਨੂੰ ਬਹੁਤ ਹੀ ਵਧੀਆ ਵਿਲੱਖਣ ਸੁਚੱਜੇ ਢੰਗ ਦੇ ਨਾਲ ਇਨ ਫਿਊਚਰ ਡਿਵੈਲਪਮੈਂਟ ਕਰਨ ਲਈ ਆਪਣੀਆਂ ਰੂਹਾਨੀਅਤ, ਅਧਿਆਤਮਕ ਔਰ ਜਰਨਲ ਨੌਲੇਜ ਸਾਨੂੰ ਵਿਚਾਰਾਂ ਸਰਵਣ ਕਰਾਈਆਂ। ਉੱਥੇ ਮੈਂ ਸਾਰੇ ਮੰਚ ਦੇ ਸਵਾਈਮਾਨ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੀ ਸੰਗਤ ਨੂੰ ਫਤਿਹ ਦੀ ਸਾਂਝ ਆਖੋ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। What is the concept of environment? ਜਿਹੜਾ ਸੰਕਲਪ ਹੈ, ਇਹ ਵਾਤਾਵਰਨ ਦਾ ਜਿਹੜਾ ਸੰਕਲਪ ਹੈ, ਜਦੋਂ ਮਨੁੱਖ ਨੂੰ ਸਮਝ ਆ ਗਿਆ
ਐਨੀਵੇ ਇਹ ਸਮਝ ਲਿਓ ਤੁਸੀਂ ਰੱਬ ਨੂੰ ਪਾ ਲਿਆ। ਮੈਂ 5 ਮਿੰਟ ਲੈਣੇ ਨੇ ਤੇ ਕਈ ਸੱਜਣ ਨਾ ਮੈਨੂੰ ਲਿਖ ਕੇ ਪਰਚੀਆਂ ਔਰ ਮੈਸੇਜ ਰਾਹੀਂ ਕਹਿੰਦੇ ਨੇ ਸਾਨੂੰ 5 ਮਿੰਟ ਬੁਲਾਓ। ਪਲੀਜ਼ ਇੱਕ ਜਿਹੜਾ ਸੈਮੀਨਾਰ ਹੁੰਦਾ ਨਾ ਉਹਦਾ ਇੱਕ ਸਿਧਾਂਤ ਹੁੰਦਾ, ਇੱਕ ਨਿਯਮ ਹੁੰਦਾ, ਇੱਕ ਮਰਿਆਦਾ ਹੁੰਦੀ ਹੈ ਕਿ ਜਦੋਂ ਸੈਮੀਨਾਰ ਅਸੀਂ ਡੇਟ ਅਨਾਉਂਸ ਕਰਦੇ ਆ ਸਾਡੇ ਨਾਲ ਤੁਸੀਂ ਅਪਡੇਟ ਰਹੋ। ਫਿਰ ਅਸੀਂ ਸਾਰੇ ਮੈਂਬਰ ਸਾਹਿਬਾਨ ਆਪਸ ਵਿੱਚ ਡਿਸਕਸ ਕਰਾਂਗੇ। ਫਿਰ ਜਿਹੜਾ ਉਰੋਂ ਇੱਕ ਮਤਾ ਜਾਰੀ ਹੁੰਦਾ ਉਹਦੇ ਵਿੱਚ ਤੁਹਾਨੂੰ ਵੀ ਬੋਲਣ ਦਾ ਮੌਕਾ, ਸੇਵਾ ਦਾ ਮੌਕਾ ਦਿੱਤਾ ਜਾਵੇਗਾ। ਮੈਂ ਕਈ ਵੱਖ-ਵੱਖ ਵਿਦਵਾਨਾਂ ਦੇ ਜਿਹੜੇ ਵਿਊ ਨੇ ਉਹ ਮੈਂ ਨੋਟ ਕਰੇ ਨੇ। ਇੱਕ ਤਾਂ ਸੁਪਰਸਟੀਸ਼ਨ, ਅੰਧ ਵਿਸ਼ਵਾਸ ਜਾਂ ਇਹ ਕਹਿ ਦਈਏ ਪਖੰਡਵਾਦ, ਕਿਉਂਕਿ ਕਈ ਜਿਹੜੇ ਸਰੋਤਜਨ ਹੁੰਦੇ ਨੇ ਉਹ ਕਨਫਿਊਜ਼ ਹੋ ਜਾਂਦੇ ਨੇ ਕਿ ਫਲਾਣੇ ਵਿਦਵਾਨ ਨੇ ਆਪਣੀ ਫਲਾਣੀ ਫਿਲਾਸਫੀ ਵਰਤੀ, ਪਤਾ ਨਹੀਂ ਉਹ ਐਂਟੀ ਬੋਲ ਗਏ, ਫਲਾਣੇ ਫਿਲਾਸਫਰ ਨੇ ਉਹਨਾਂ ਦੇ ਹੱਕ 'ਚ ਗੱਲ ਕਰਕੇ। ਨਹੀਂ, ਇਹ ਗੱਲਾਂ ਨਹੀਂ ਹੁੰਦੀਆਂ। ਸੈਮੀਨਾਰ ਇੱਕ ਸਰਵਿਸ ਨੌਲੇਜ, ਅਧਿਆਤਮਕ ਨੌਲੇਜ ਦੇ ਨਾਲ ਇੱਕ ਜਰਨਲ ਨੌਲੇਜ ਵੀ ਹੁੰਦੀ ਹੈ ਜਿਹੜੀ ਅਸੀਂ ਰੋਜ਼ ਸਿੱਖਦੇ ਹਾਂ। ਇੱਕ ਦੋ ਇੱਕ ਚੜਾਉਂਦੀਆਂ ਬਾਣੀ ਦਾ ਹੁਕਮ। ਇਹ ਜਿੰਨੀਆਂ ਸ਼ਖਸੀਅਤਾਂ ਬੈਠੀਆਂ ਨੇ, ਕੋਈ PhD ਆ, ਕੋਈ ਲੈਕਚਰਰ ਆ, ਇਹ ਬਹੁਤ ਮਹਾਨ ਸ਼ਖਸੀਅਤ ਨੇ, ਚਾਹੇ ਉਹ ਕਿਸੇ ਵੀ ਡਿਪਾਰਟਮੈਂਟ ਦਾ ਖੇਤਰ ਹੈ। ਚਾਹੇ ਡਾਕਟਰ ਸਾਹਿਬਾਨ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸੁਨੀਤ ਹਿੰਦ ਜੀ ਔਰ ਡਾਕਟਰ ਦੁਕੋਹੇ ਵਾਲੇ ਮਹਾਂਪੁਰਖਾਂ ਦੇ ਬੇਟਾ ਜੀ, ਉਹਨਾਂ ਨੂੰ ਵੀ ਜੀ ਆਇਆਂ ਤੇ ਧੰਨਵਾਦ। ਤੇ ਉਹਨਾਂ ਨੇ ਬੋਲਣਾ ਸੀ ਤੇ ਕਈ ਦਿਨ ਤੋਂ ਥੋੜੀ ਜਿਹੀ ਉਹਨੇ ਤਬੀਅਤ ਠੀਕ ਨਹੀਂ ਸੀ, ਸੋ ਡਾਕਟਰ ਨੇ ਕਿਹਾ ਬੋਲਣ ਤੋਂ ਥੋੜਾ ਜਿਹਾ ਗੁਰੇਜ਼ ਕਰਨਾ। ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ? ਰਾਸਤੇ ਛੋੜ ਪਰਾਸਤੇ ਜਾਂਦਾ, ਸੋਈ ਧੱਕੇ ਖਾਂਦਾ। ਜੇ ਸੀਤਾ ਲੀਕ ਨਾ ਟੱਪਦੀ ਤਾਂ ਰਾਵਣ ਦੀ ਕੀ ਹਸਤੀ ਸੀਤਾ ਨੂੰ ਲੈ ਜਾਂਦਾ। ਭਗਵਾਨ ਜੀ ਨੇ ਕਿਹਾ ਸੀ ਨਾ ਕਿ ਸੀਤਾ ਨੂੰ ਵੀ ਆ ਲਕੀਰ ਨਾ ਟੱਪੀ ਤੇ ਭਿਕਸ਼ਾ ਲਕੀਰ ਟੱਪ ਕੇ ਦਿੱਤੀ ਤੇ 14 ਸਾਲ ਦਾ ਬਨਵਾਸ ਕੱਟਣਾ ਪੈ ਗਿਆ। ਜੇ ਬਚਨ ਕਿਤੇ ਮੰਨਿਆ ਹੁੰਦਾ 14 ਸਾਲ ਦਾ ਜਿਹੜਾ ਪੀਰੀਅਡ ਸੀ ਉਹਨੂੰ ਦੁੱਖਾਂ ਦੇ ਵਿੱਚ ਸਹਿਣ ਨਹੀਂ ਕਰਨਾ ਪੈਣਾ ਸੀ। ਕਹਿਣ ਤੋਂ ਭਾਵ ਅਸੀਂ ਆਪਣੀ ਫਿਲਾਸਫੀ, ਫਲਸਫਾ ਸਾਰਾ ਕੁਝ ਭੁੱਲ ਗਏ। ਬਾਬੇ ਨਾਨਕ ਦਾ ਵਚਨ ਸੀ, ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ। ਲੌਜਿਕ ਤੱਥ, ਨੌਨਸੈਂਸ ਗੱਲਾਂ ਨਹੀਂ ਗੁਰਬਾਣੀ ਦੇ ਵਿੱਚ। ਗੁਰੂ ਨਾਨਕ ਸਾਹਿਬ ਜਿੱਥੇ ਅੱਜ ਸਾਇੰਸ ਖਤਮ ਹੁੰਦੀ ਹੈ ਨਾ, ਉੱਥੇ ਤਾਂ ਸਾਧ ਸਾਂਝੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜਿਹੜੀ ਫਿਲਾਸਫੀ ਹੈ ਨਾ ਉਹਦੀ ਸ਼ੁਰੂਆਤ ਆ। ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਹੋਏ। ਇੰਪੋਰਟੈਂਟ ਪਾਰਟ ਵਾਟਰ। ਜਦੋਂ ਬੰਦੇ ਉੱਤੇ ਭੀੜੀ ਪਈ ਹੁੰਦੀ ਆ ਨਾ, ਜਿੰਨਾ ਮਰਜ਼ੀ ਇੰਗਲਿਸ਼ ਦੀ MA PhD ਹੋਵੇ, ਉਹ ਕਦੇ ਨਹੀਂ ਕਹਿੰਦਾ ਵਾਟਰ ਦੇ ਦਿਓ, ਵਾਟਰ ਦੇ ਦਿਓ। ਉਹ ਕਹੂਗਾ ਪਾਣੀ 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 ਪਾਣੀ। ਉਹਦੇ ਅੰਦਰੋਂ ਇੱਕ ਰੂਹਾਨੀਅਤ, ਆਪਣੀ ਜ਼ਿੰਦਗੀ ਦਾ ਜਨੂਨ ਹੋਣ, ਜਿਹੜੀ ਪਾਣੀ ਨਾਲ ਜੁੜੀ ਹੋਈ ਮੁਹੱਬਤ ਹੈ। ਜਿਵੇਂ ਮੱਛੀ ਦਾ ਪਿਆਰ ਪਾਣੀ ਦੇ ਨਾਲ ਹੈ, ਸਿੱਖ ਦਾ ਪਿਆਰ ਗੁਰੂ ਦੇ ਨਾਲ ਹੈ। ਜਿਹੜੇ ਇੱਕ ਪ੍ਰੇਮੀ ਰੂਹਾਂ ਨੇ ਉਹਨਾਂ ਦੀ ਮੁਹੱਬਤ, ਉਹਨਾਂ ਦਾ ਇਸ ਆ ਦਰਖਤ ਕੁਦਰਤ ਦੇ ਨਾਲ ਹੈ। ਕੁਦਰਤ ਕਵਨ ਕਹਾਂ ਵਿਚਾਰ, ਬਾਰਿਆ ਨਾ ਜਾਵਾ ਇੱਕ ਵਾਰ। ਸੈਮੀਨਾਰ ਕਰਵਾਉਣ ਦਾ ਮੇਨ ਮਕਸਦ ਕੀ ਹੈ? ਜਿਹੜੀਆਂ ਗੱਲਾਂ ਸਾਡੇ ਧਰਮ ਨੇ ਸਾਨੂੰ ਦੱਸਣੀਆਂ ਸੀ, ਚੰਗੀ ਤਰੀਆਂ ਅਸੀਂ ਪੇਸ਼ਕਸ਼ ਨਹੀਂ ਕਰ ਸਕੇ ਤੁਹਾਡੇ ਅੱਗੇ। ਮਾਫ ਕਰਨਾ, ਡਾਕਟਰ ਸਾਹਿਬ ਬਾਗਵਾਨੀ ਦੇ ਐਕਸਪਰਟ, ਡਾਕਟਰ ਸਾਹਿਬ ਰਿਸਰਚਰ ਨੇ, ਇਹਨਾਂ ਨੇ ਨਾਰੀਅਲ ਤੇ ਗੱਲ ਬੋਲੀ। ਮਾਫ ਕਰਨਾ, ਸਿੱਖੋ ਧਿਆਨ ਨਾਲ ਸੁਣਿਓ।
ਅਸੀਂ ਨਾਰੀਅਲ ਨਾਰੀਅਲ ਕਰੀ ਜਾਂਦੇ ਆ, ਇਹ ਤਾਂ ਬਾਹਮਣਵਾਦ ਆ, ਇਹਦਾ ਬਾਹਮਣਾਂ ਦਾ ਆਪਾਂ ਨਹੀਂ ਪੁੱਛਣਾ। ਅਸੀਂ ਵੀ ਰੱਖਣੋਂ ਹਟ ਕੇ ਖੰਡ ਪਾਠ ਤੇ ਮੈਂ ਇਹ ਪੁੱਛਦਾ ਵੀ ਬਾਹਮਣਾਂ ਦੇ ਗਿੱਟਿਆਂ ਨੂੰ ਲੱਗਦਾ ਨਾਰੀਅਲ? ਨਾਰੀਅਲ ਇੱਕ ਕੁਦਰਤੀ ਫਰੂਟ ਹੈ ਜਿਹਦੇ ਵਿੱਚ ਇਤਨੇ ਵਧੀਆ ਤੱਤ ਨੇ। ਜੇ ਐਵਰੀ ਡੇ ਅਸੀਂ ਤਕਰੀਬਨ 6 ਮੰਥ ਉਹਦਾ ਵਾਟਰ ਯੂਜ਼ ਕਰੀਏ ਤਾਂ ਕਿਡਨੀ ਪ੍ਰੋਬਲਮ, ਕੈਂਸਰ ਵਰਗੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਨੇ, ਆਂਤੜੀਆਂ ਤੋਂ ਜਿਹੜੀ ਬਿਮਾਰੀ ਸ਼ੁਰੂ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ। ਵੇ ਜਿੱਥੋਂ ਤੱਕ ਮੈਂ ਪੜ੍ਹਿਆ, ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮੰਨਿਆ ਜ਼ਰੂਰ ਹੈ ਪਰ ਗੁਰੂ ਨਾਨਕ ਸਾਹਿਬ ਦੀ ਨਹੀਂ ਮੰਨੀ। ਆਖੋ ਸਤਨਾਮ। ਜੇ ਕਿਤੇ ਦੀ ਮੰਨੀ ਹੁੰਦੀ ਨਾ, ਇਹ ਸੱਚ ਕਰਕੇ ਜਾਣਿਓ ਤੁਸੀਂ ਸਾਰੇ ਹੀ ਬ੍ਰਹਮ ਗਿਆਨੀ ਤੇ ਰੱਬ ਬਣ ਜਾਣਾ ਸੀ। ਪੁੱਜੀਆਂ ਸ਼ਖਸੀਅਤਾਂ ਨੂੰ ਗਿਆਨੀ ਗਗਨਦੀਪ ਸਿੰਘ ਨਿਰਮਲੇ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੱਜ ਜੀ ਜਿਹੜਾ ਅੰਤਰਰਾਸ਼ਟਰੀ 22ਵਾਂ ਸੈਮੀਨਾਰ ਜੋ ਵਾਤਾਵਰਨ ਅਤੇ ਪਖੰਡਵਾਦ ਦੇ ਆਧਾਰਿਤ ਵੱਖ-ਵੱਖ ਫਿਲਾਸਫਰਾਂ ਨੇ ਆਪਣੀਆਂ ਵਿਚਾਰਧਾਰਾ ਨੂੰ ਪੇਸ਼ਕਸ਼ ਕੀਤਾ ਔਰ ਪਹਿਲਾ ਮਹਾਨ ਬਲੱਡ ਕੈਂਪ ਸਵਰਗਵਾਸੀ ਮਾਤਾ ਤੇਜਵੰਤ ਕੌਰ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਖੂਨਦਾਨ ਕੈਂਪ ਲਗਵਾਇਆ ਗਿਆ, ਜਿਸ ਵਿੱਚ ਹਜ਼ਾਰਾਂ ਹੀ ਗਿਣਤੀ ਵਿੱਚ ਯੂਥ ਨੇ ਆਪਣਾ ਯੋਗਦਾਨ ਪਾਇਆ। ਯੂਥ ਦਾ ਬਹੁਤ ਹੀ ਸਵੇਰ ਤੋਂ ਲੈ ਕੇ ਤਕਰੀਬਨ 8 ਵਜੇ ਤੋਂ ਲੈ ਕੇ ਡਾਕਟਰ ਸਾਹਿਬਾਨਾਂ ਦੀ ਟੀਮ ਤਿਆਰ ਸੀ। ਸੋ ਜਿੰਨਾ ਟਾਈਮ ਵੀ ਕੈਂਪ ਚੱਲਿਆ, ਪਾਣੀ ਪੀਣ ਦਾ ਵੀ ਟਾਈਮ ਨਹੀਂ ਮਿਲਿਆ ਡਾਕਟਰ ਸਾਹਿਬ ਦੀ ਟੀਮ ਨੂੰ, ਅੰਨਾ ਯੂਥ ਦੇ ਵਿੱਚ ਯਾਨੀ ਕਿ ਉਤਸ਼ਾਹ ਸੀ। ਹਾਂਜੀ, ਸਾਨੂੰ ਸਭ ਤੋਂ ਵੱਡੀ ਗੱਲ ਇਹ ਵਧੀਆ ਲੱਗੀ ਕਿ ਜਿਹੜੀ ਡਾਕਟਰਾਂ ਦੀ ਟੀਮ ਆਈ ਪ੍ਰੀਤ ਹਸਪੀਟਲ ਤੋਂ, ਬਹੁਤ ਹੀ ਪ੍ਰੇਮ ਆਈ, ਬੜਾ ਹੀ ਮਿੱਠਾ ਸੁਭਾਅ, ਜਿਨ੍ਹਾਂ ਨੇ ਵਧੀਆ ਢੰਗ ਦੇ ਨਾਲ ਜਿਹੜੇ ਡੋਨਰ ਸੀ ਉਹਨਾਂ ਨੂੰ ਗਾਈਡ ਕੀਤਾ ਔਰ ਵਧੀਆ ਸਰਵਿਸ ਵੀ। ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਔਰ ਧੰਨਵਾਦ ਵੀ ਕਰਦਾ ਤੇ ਗਾਹਾਂ ਤੇ ਆਸ ਕਰਦਾ ਕਿ ਇਹੀ ਅਸੀਂ ਹਸਪੀਟਲ ਨੂੰ ਬੇਨਤੀ ਕਰਿਆ ਕਰੀਏ ਵੀ ਹਰ ਸਾਲ ਇਹ ਸਾਡੇ ਉਰੇ ਕੈਂਪ ਲਾਉਂਦੇ ਰਹਿਣ। ਦੇਖੋ ਜੀ, ਉਹ ਡਿਪੈਂਡ ਕਰਦਾ ਵੀ ਬਲੱਡ ਗਰੁੱਪ ਦੇ ਉੱਤੇ, ਵੀ ਸਾਰੇ ਪੰਜੇ ਉਂਗਲੀ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਰੇ ਹਸਪੀਟਲ ਮਾੜੇ ਨਹੀਂ, ਸਾਰੇ ਚੰਗੇ ਨਹੀਂ ਹੈ। ਜਦੋਂ ਅਸੀਂ ਚੰਗੇ ਡਾਕਟਰ ਸਾਹਿਬਾਂ ਕੋਲ ਜਾਂਦੇ ਆ ਜਾਂ ਅਸੀਂ ਚੰਗਾ ਕੋਈ ਪੜ੍ਹੇ ਲਿਖੇ ਬੰਦੇ ਦੀ ਗਾਈਡ ਲੈ ਕੇ ਉਹ ਯਾਨੀ ਕਿ ਕਿਤੇ ਨਾ ਕਿਤੇ ਆਪਣੀ ਡਿਸਕਸ ਦੱਸਦਾ, ਕਿਸੇ ਨੂੰ ਦੁੱਖ ਤਕਲੀਫ ਸਾਂਝੀ ਕਰਦਾ ਕਿਸੇ ਨਾਲ, ਤਾਂ ਹੱਲ ਤਕਰੀਬਨ ਹੋ ਹੀ ਜਾਂਦਾ। ਕੋਈ ਐਸੀ ਗੱਲ ਨਹੀਂ। ਹੁਣ ਜਿੰਨੀ ਵਾਰ ਸਾਨੂੰ ਲੋੜ ਪਈ ਆ, ਸਾਨੂੰ ਤਾਂ ਬਲੱਡ ਮਿਲਿਆ ਹੀ ਮਿਲਿਆ ਜੀ। ਹਾਂਜੀ ਭਾਈ, ਸੈਮੀਨਾਰ ਕਿਹਦੇ ਦਾ ਸਨਮਾਨ ਕੀਤਾ ਤੁਸੀਂ ਅੱਜ ਜਿੰਨੇ ਡਾਕਟਰ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਲੈਕਚਰ ਸਾਹਿਬਾਨ, ਹੋਰ ਜਿੰਨੇ ਵੀ ਬੁੱਧੀਜੀਵੀ ਵਿਦਵਾਨ ਪਹੁੰਚੇ, ਉਹਨਾਂ ਦਾ ਸਾਰਿਆਂ ਦਾ NGO ਗੁਰਮਤਿ ਸੇਵਾ ਸੁਸਾਇਟੀ ਰਜਿਸਟਰਡ ਹੈੱਡ ਆਫਿਸ ਨਿਰਮਲ ਆਸ਼ਰਮ ਜਨਾਲੀ ਖੁਰਦ ਵੱਲੋਂ ਨਹਿਰ ਵਾਲੇ ਸਥਾਨ ਦੇ ਉੱਤੇ ਬ੍ਰਾਂਚ ਕੁਟੀਆ ਨਿਰਮਲ ਆਸ਼ਰਮ ਜਨਾਲੀ ਕਲਾਂ
ਵਿਖੇ ਜੋ ਮਹਾਨ ਸਮਾਗਮ ਕਰਵਾਇਆ ਗਿਆ। ਸਾਰੀ ਸੰਗਤ ਦਾ ਧੰਨਵਾਦ ਕੀਤਾ ਅਤੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰੀ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੱਧ ਚੜ੍ਹ ਕੇ ਸਾਥ ਦਿਓ ਅਤੇ ਜਿੰਨੇ ਵੀ ਲੈਕਚਰ ਦੇਣ ਆਏ ਸੀਗੇ ਵਿਦਵਾਨ ਉਹਨਾਂ ਦਾ ਟਰੋਫੀ ਔਰ ਸਰੂਪਾ ਔਰ ਬੂਟਾ ਪੌਦਾ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਸੰਦੇਸ਼ ਦਾ ਜੀ ਅਸੀਂ ਇਹੀ ਦੇ ਰਹੇ ਹਾਂ ਵੀ ਦੇਖੋ ਜਿਹੜੀ ਅੱਤ ਦੀ ਹੁਣ ਗਰਮੀ ਪੈ ਰਹੀ ਆ, ਇਨ ਫਿਊਚਰ ਜੇ ਅਸੀਂ ਆਹੀ ਰਹੇ ਬਈ ਇਗਨੋਰ ਕਰਦੇ ਰਹੇ ਤਾਂ ਜਿਹੜੀ ਇਨਵਾਇਰਮੈਂਟ ਆ ਇਹ ਬਹੁਤ ਹੀ ਹਾਲਾਤ ਇਹਦੇ ਨਾਜ਼ੁਕ ਨੇ। ਸੋ ਸਾਨੂੰ ਹੁਣ ਤੋਂ ਹੀ ਅਵੇਅਰ ਹੋਣਾ ਪੈਣਾ ਕਿਉਂਕਿ ਇੱਕ ਪੌਦਾ ਜਨਮ ਦਿਨ 'ਤੇ ਇੱਕ ਪੌਦਾ ਆਪਣੀ ਕਿਸੇ ਵੀ ਪੂਰਬਲਾ ਕੋਈ ਚੜ੍ਹਾਈ ਕਰਦਾ ਉਹਦੇ ਨਿਮਿੱਤ ਲਾਓ ਅਤੇ ਪਾਲੋ। ਲਾਉਣ ਤੱਕ ਸੀਮਿਤ ਨਾ ਰਹੀਏ, ਉਹਦੀ ਡਿਵੈਲਪਮੈਂਟ ਕਰੀਏ। ਤਕਰੀਬਨ 5 ਈਅਰ ਤੱਕ ਉਹਨੂੰ ਪਾਣੀ ਉਹਦੀ ਖਾਦ ਖੁਰਾਕ ਪਾਉਂਦੇ ਰਹੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗਰੀਨਰੀ ਪੈਦਾ ਕਰ ਸਕਦੇ ਹਾਂ। ਇਸ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ 100 ਦੇ ਕਰੀਬ ਨੌਜਵਾਨਾਂ ਨੇ ਖੂਨਦਾਨ ਕੀਤਾ ਅਤੇ ਪੁੱਜੇ ਸੰਗਤਾਂ ਲਈ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਪਿੰਡ ਜੰਡਾਲੀ ਜ਼ਿਲ੍ਹਾ ਲੁਧਿਆਣਾ ਤੋਂ ਗੌਰਵ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ।
ਢਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਸ਼ਹੀਦ ਬਾਬਾ ਸਿੱਧ ਭੋਈ ਜੀ ਦੇ ਪਵਿੱਤਰ ਅਸਥਾਨ ਪਿੰਡ ਕੋਟ ਲੱਲੂ ਜ਼ਿਲ੍ਹਾ ਮਾਨਸਾ ਵਿਖੇ 10, 11, 12 ਜੂਨ ਨੂੰ ਸਾਲਾਨਾ ਜੋੜ ਮੇਲਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। 10 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਸ ਦੇ 12 ਜੂਨ ਨੂੰ ਭੋਗ ਪਾਏ ਜਾਣਗੇ। ਵੱਖ-ਵੱਖ ਕਵਿਸ਼ਰੀ ਜਥੇ ਸੰਗਤਾਂ ਨੂੰ ਨਾਮ ਬਾਣੀਆਂ ਜੋੜਨਗੇ। ਸੰਗਤਾਂ ਪੁੱਜ ਕੇ ਆਪਣਾ ਜੀਵਨ ਸਫਲਾ ਕਰਨ ਵੱਲੋਂ ਸ਼ਹੀਦ ਬਾਬਾ ਸਿੱਧ ਭੋਈ ਜੀ ਵੈਲਫੇਅਰ ਪ੍ਰਬੰਧਕ ਕਮੇਟੀ ਪਿੰਡ ਕੋਟ ਲੱਲੂ ਜ਼ਿਲ੍ਹਾ ਮਾਨਸਾ ਸਮੂਹ ਨਗਰ ਨਿਵਾਸੀ ਨਗਰ ਪੰਚਾਇਤ ਅਤੇ ਇਲਾਕੇ ਦੀਆਂ ਸੰਗਤਾਂ ਵਾਹਿਗੁਰੂ ਵਾਹਿਗੁਰੂ